22 सितंबर ਨੂੰ ਭਾਈ ਕਾਨ ਸਿੰਘ ਨਾਭਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ ਐਂਡ ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਸ਼ੇਸ਼ ਵੈਬੀਨਾਰ ਕਰਾਇਆ ਗਿਆ, ਜਿਸ ਦਾ ਵਿਸ਼ਾ ਸੀ ਦੇਗ ਤੇਗ ਫਤਿਹ ਸਿੱਖ ਸਮਾਜਿਕ ਆਰਥਿਕ ਏਜੰਡੇ ਦੀ ਨਿਸ਼ਾਨਦੇਹੀ, ਜਿਸ ਦੇ ਮੁੱਖ ਵਕਤਾ ਸਨ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ। वाहिगुरू जी का खालसा वाहिगुरू जी की फतेह। गुरु गोबिंद सिंह स्टडी सर्कल के अदारे भाई कान सिंह नाभा इंस्टीट्यूट फॉर ह्यूमन रिसोर्स डिवेलपमेंट ਅਤੇ गुरु रामदास सेंटर फॉर इकनॉमिक ग्रोथ वालों ਅਸੀਂ ਅੱਜ ਇੱਕ ਵੈਬੀਨਾਰ ਕਰਨ ਜਾ ਰਹੇ ਹਾਂ। ਇਸ ਵੈਬੀਨਾਰ ਦਾ ਮਕਸਦ ਜਿਹੜਾ ਇਹ ਹੈ ਕਿ ਦੇਗ ਤੇਗ ਫਤਿਹ ਜਿਹੜਾ ਵਿਸ਼ਾ ਹੈ ਉਹਦੇ ਮੁਤਾਬਕ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਸਮਾਜਿਕ ਅਤੇ ਆਰਥਿਕ ਏਜੰਡਾ ਕੀ ਹੋਵੇ, ਉਹਦੀ ਨਿਸ਼ਾਨਦੇਹੀ ਕਿਸ ਤਰ੍ਹਾਂ ਕੀਤੀ ਜਾਵੇ। ਇਹ ਅਸੀਂ ਵਿਸ਼ਾ ਜਿਹੜਾ ਹੈ ਇਹਦੀ ਚੋਣ ਕੀਤੀ ਹੈ ਭਾਈ ਕਾਨ ਸਿੰਘ ਨਾਭਾ ਇੰਸਟੀਚਿਊਟ ਵੱਲੋਂ, ਔਰ ਇਹ ਹੈ ਦੇਗ ਤੇਗ ਫਤਿਹ ਡਿਫਾਈਨਿੰਗ ਦਾ ਸਿੱਖ ਸੋਸ਼ੋ ਇਕਨੋਮਿਕ ਏਜੰਡਾ। ਮਕਸਦ ਇਹ ਹੈ ਕਿ ਜਿਹੜੇ ਸਾਰੀ ਦੁਨੀਆ 'ਚ ਸਾਡੇ ਜਿਹੜੇ ਸਿੱਖ ਰਹਿ ਰਹੇ ਨੇ ਉਹਨਾਂ ਦੀ ਸਮਾਜਿਕ ਤੌਰ 'ਤੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਰਥਿਕ ਸਮੱਸਿਆਵਾਂ ਹੈ, ਇਹਨਾਂ ਦੋਨਾਂ ਸਮੱਸਿਆ ਦੇ ਪੂਰਵਕ ਜਿਹੜਾ ਗੁਰੂ ਸਾਹਿਬ ਦਾ ਸਲੋਗਨ ਹੈ ਕਿ ਦੇਗ ਤੇਗ ਫਤਿਹ, ਅਸੀਂ ਰੋਜ਼ ਅਰਦਾਸ ਵਿੱਚ ਵੀ ਰੋਜ਼ ਸਿੱਖ ਜਿਹੜਾ 2 ਟਾਈਮ ਇਹ ਅਰਦਾਸ ਕਰਦਾ ਹੈ ਕਿ ਸਿੱਖਾਂ ਦੀ ਦੇਗ ਤੇਗ ਫਤਿਹ ਹੋਵੇ। ਉਹਦੀ ਲਾਈਟ ਦੇ ਵਿੱਚ ਅਸੀਂ ਅੱਜ ਇੱਕ ਸੈਮੀਨਾਰ ਰੱਖਿਆ, ਅੱਜ ਇਹਦਾ ਵੈਬੀਨਾਰ ਰੱਖਿਆ, ਔਰ ਅਸੀਂ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਇਸ ਵਿਸ਼ੇ 'ਤੇ ਆਪਣੀ ਗੱਲ ਕਰੋ, ਤੇ ਕੇਵਲ ਅੱਜ ਉਹਨਾਂ ਨੇ ਹੀ ਬੋਲਣਾ ਹੈ ਅਤੇ ਇਸ ਵਿਸ਼ੇ 'ਤੇ ਉਹਨਾਂ ਨੇ ਭਰਪੂਰ ਜਾਣਕਾਰੀ ਦੇਣੀ ਹੈ ਕਿ ਸਿੱਖ ਸਿਧਾਂਤਾਂ ਮੁਤਾਬਕ, ਸਿੱਖ ਵੇ ਆਫ ਲਾਈਫ ਦੇ ਮੁਤਾਬਕ ਹਿਸਟੋਰੀਕਲੀ ਜਿਹੜਾ ਦੇਗ ਤੇਗ ਹੈ ਇਹਦਾ ਕੀ ਮਤਲਬ ਹੈ ਅਤੇ ਇਹਦਾ ਸਾਰਥਕ ਜਾਂ ਪ੍ਰੈਕਟੀਕਲ ਆਸਪੈਕਟ ਸਾਡੇ ਸਿੱਖਾਂ ਵਾਸਤੇ ਕੀ ਹੈ। ਕਿਉਂਕਿ ਦੁਨੀਆ ਦੀਆਂ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਹੈ। ਮੈਂ ਮਹਿਸੂਸ ਕਰਦਾ ਕਿ ਜਿਹੜੀ ਦੇਗ ਦੀ ਫਤਿਹ ਅਤੇ ਜਿਹੜੀ ਤੇਗ ਦੀ ਫਤਿਹ, ਇਹ ਦੋ ਜਿਹੜੀਆਂ ਕਨਸੈਪਟ ਹੈਗੀਆਂ ਇਹ ਹੋਰ ਵਿਚਾਰਧਾਰਾਵਾਂ 'ਚ ਨਹੀਂ ਮਿਲਦੀਆਂ, ਔਰ ਸਾਨੂੰ ਜਿਹੜਾ ਭਾਈ ਕਾਨ ਸਿੰਘ ਨਾਭਾ ਜਾਂ ਹੋਰ ਜਿਹੜੇ ਸਾਰੇ ਰਾਈਟਰਸ ਹੈਗੇ ਉਹਨਾਂ ਨੇ ਇਹਨੂੰ ਡਿਫਾਈਨ ਕੀਤਾ, ਅਤੇ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਅੱਜ ਇਹ ਵਿਸ਼ੇ 'ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਗੱਲ ਕਰਨਗੇ ਔਰ ਇਸ ਵਿਸ਼ੇ ਨੂੰ ਜਸਟੀਫਾਈ ਕਰਨਗੇ। ਔਰ ਨਾਲ ਦੀ ਨਾਲ ਸਾਡੇ, ਕਿਉਂਕਿ ਅੱਜ ਕਰੀਬ 300-400 ਦੇ ਕਰੀਬ ਸਾਡੇ ਵਿਦਵਾਨ, ਪ੍ਰੋਫੈਸਰ, ਪ੍ਰਿੰਸੀਪਲ, ਸਾਡੇ ਸਟੂਡੈਂਟਸ, ਸਾਡੇ ਜਿਹੜੇ ਕਾਰਜਕਰਤਾ ਉਹ ਸਾਰੇ ਜੁੜਨਗੇ। ਪਹਿਲੇ ਹੁਣ ਮੈਂ ਬੇਨਤੀ ਕਰਾਂਗਾ ਸਾਹ ਜਤਿੰਦਰਪਾਲ ਸਿੰਘ ਜੀ ਸਾਡੇ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ, ਉਹ 2-3 ਮਿੰਟ ਵਿਸ਼ੇ ਬਾਰੇ ਗੱਲ ਕਰਨਗੇ। ਉਸ ਤੋਂ ਬਾਅਦ ਸਿੰਘ ਸਾਹਿਬ ਜਿਹੜੇ ਆ ਉਹ ਆਪਣੇ ਵਿਚਾਰ ਰੱਖਣਗੇ ਅਤੇ ਵਿਚਾਰਾਂ ਤੋਂ ਬਾਅਦ ਕੁਐਸਚਨ ਆਨਸਰ ਫਾਰਮ ਜਿਹੜੇ ਵਿੱਚ ਅਸੀਂ ਸਿੰਘ ਸਾਹਿਬ ਨਾਲ ਗੱਲਾਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਵਿਸ਼ੇ ਦੀ ਅਗਲੋਂ ਗੱਲ ਕਰਦਾ ਕਿ ਦੇਗ ਤੇਗ ਫਤਿਹ ਦੀ ਗੱਲ ਜਿਹੜੀ ਹੈ ਨਾ, ਇਹ ਮਹਾਨ ਕੋਸ਼ ਦੇ ਵਿੱਚ ਸਾਡੇ ਬੜੇ ਹੀ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਨੇ ਜੋ ਦਰਜ ਕੀਤਾ ਹੈ ਕਿ ਦੇਗ ਤੇਗ ਫਤਿਹ ਨੂੰ ਉਹ ਕਹਿੰਦੇ ਨੇ ਖਾਲਸੇ ਦਾ ਆਸ਼ੀਰਵਾਦ ਹੈ। ਕਮਾਲ ਦੀ ਗੱਲ ਵੇਖੋ ਭਾਈ ਸਾਹਿਬ ਨੇ ਕੀਤੀ ਹੈ ਕਿ ਖਾਲਸੇ ਦਾ ਆਸ਼ੀਰਵਾਦ ਹੈ, ਲੰਗਰ ਚੱਲਦਾ ਰਹੇ ਔਰ ਤਲਵਾਰ ਦੁਆਰਾ ਫਤਿਹ ਪ੍ਰਾਪਤ ਹੋਵੇ, ਅਨਾਥਾਂ ਦਾ ਪਾਲਣ ਔਰ ਦੁਸ਼ਟਾਂ ਦਾ ਨਾਸ਼ ਹੋਵੇ। ਇਹ ਏਜੰਡਾ ਜਿਹੜਾ ਦੇਗ ਤੇਗ ਫਤਿਹ ਦਾ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ ਹੈ। ਅੱਜ ਜੇ ਸਾਰੇ ਸੰਸਾਰ ਦੀ ਜਿਹੜੀ ਸਥਿਤੀ ਹੈ ਉਹਨੂੰ ਆਪਾਂ ਐਨਾਲਾਈਜ਼ ਕਰੀਏ ਤੇ ਸਾਰੇ ਦੁਨੀਆ ਦੇ ਜਿਹੜੇ ਲੋਕ ਨੇ, ਦੁਨੀਆ ਦੇ ਦੇਸ਼ ਨੇ, ਉਹ 2 ਖੇਮਿਆਂ ਦੇ ਵਿੱਚ ਵੰਡੇ ਗਏ ਨੇ। ਇੱਕ ਪਾਸੇ ਹੈ ਪੂੰਜੀਵਾਦੀ ਪਦਾਰਥਵਾਦ, ਜਿਹੜੇ ਆਸਤਿਕਤਾ ਦੇ ਨੇੜੇ ਤਾਂ ਹਨ ਪਰ ਪਦਾਰਥਵਾਦੀ ਬਹੁਤ ਜ਼ਿਆਦਾ ਨੇ। ਦੂਜਾ ਖੇਮਾ ਉਹ ਹੈਗਾ ਕਮਿਊਨਿਸਟ ਪਦਾਰਥਵਾਦ। ਇਹ ਉਹ ਕਮਿਊਨਿਸਟ ਪਦਾਰਥਵਾਦ ਜਿਹੜਾ ਇਹ ਹੈ, ਇਹ ਵੀ ਇਹਦੇ ਵਿੱਚ ਤੇ ਪੂੰਜੀਵਾਦੀ ਪਦਾਰਥਵਾਦ ਦੇ ਵਿੱਚ ਬਹੁਤਾ ਅੰਤਰ ਨਹੀਂ ਹੈ, ਲੇਕਿਨ ਇਹਦੇ ਜਿਹੜੀ ਹੋਰ ਇੱਕ ਸਾਨੂੰ ਜਿਹੜੀ ਗੱਲ ਅਖੜਦੀ ਹੈ ਉਹ ਹੈ ਨਾਸਤਿਕਤਾ। ਇਹਦਾ ਰੱਬ ਦੇ ਉੱਤੇ ਕੋਈ ਵਿਸ਼ਵਾਸ ਨਹੀਂ, ਇਹਨਾਂ ਦਾ ਰੱਬ ਦੇ ਉੱਤੇ ਵਿਸ਼ਵਾਸ ਨਾ ਹੋਣ ਕਰਕੇ ਇਹ
ਇਹਨਾਂ ਦੇ ਵਿੱਚ ਜਿਹੜੀ ਵੈਲਫੇਅਰ ਦੀ ਜਿਹੜੀ ਭਾਵਨਾ ਹੈ ਉਹ ਉਹਦੀ ਅਣਹੋਂਦ ਹੈ। ਲੇਕਿਨ ਇਹ ਦੋਵੇਂ ਖੇਮੇ ਜਿਹੜੇ ਨੇ ਇਹ ਅਧਿਆਤਮਕਤਾ ਤੋਂ ਸਖਣੇ ਹੋਣ ਕਰਕੇ ਇਹਨਾਂ ਹੱਥੋਂ ਮਨੁੱਖਤਾ ਦੇ ਹੱਥੋਂ ਮਨੁੱਖ ਦੀ ਤਬਾਹੀ ਦਾ ਜਿਹੜਾ ਸਾਰਾ ਸਾਜ਼ੋ ਸਮਾਨ ਹੈ ਪੂਰਾ ਤਿਆਰ ਹੈ। ਇਸ ਵੇਲੇ ਇਹ ਦੋਵੇਂ ਖੇਮੇ ਜਿਹੜੇ ਨੇ ਆਪਸ ਵਿੱਚ ਟਕਰਾ ਕੇ ਮਨੁੱਖਤਾ ਦੀ ਤਬਾਹੀ ਕਰਨ ਦਾ ਪੂਰਾ ਹੀਲਾ ਵਸੀਲਾ ਕਰੀ ਬੈਠੇ ਨੇ। ਇੱਕ ਗੱਲ ਜਿਹੜੀ ਹੋਰ ਬੜੀ ਇੰਪੋਰਟੈਂਟ ਹੈ, ਜਿਹੜੀ ਐਨਾਲਾਈਜ਼ ਕਰਨ ਵਾਲੀ ਹੈ, ਕਿ ਜਿਹੜਾ ਕਮਿਊਨਿਸਟ ਪਦਾਰਥਵਾਦ ਹੈ ਜਾਂ ਪੂੰਜੀਵਾਦ ਪਦਾਰਥਵਾਦ ਹੈ, ਇਹ ਸੰਸਾਰ ਨੂੰ ਰੰਗ ਨਸਲ ਤੇ ਕਲਾਸਵਾਰ ਦੇ ਵਿੱਚ ਵੰਡ ਕੇ ਉਹਨਾਂ ਨੂੰ ਆਪਸ ਚ ਲੜਾਉਣ ਦਾ ਉਪਰਾਲਾ ਕਰਦੇ ਨੇ। ਗੁਰੂ ਸਾਹਿਬ ਨੇ ਕਿੱਡਾ ਸਾਡੇ ਤੇ ਪਰਉਪਕਾਰ ਕੀਤਾ ਹੈ। ਗੁਰਬਾਣੀ ਦੇ ਰਾਹੀਂ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਗੁਰੂ ਸਾਹਿਬ ਨੇ ਸਾਡੀ ਜਾਤ ਦੇ ਆਧਾਰ ਤੇ ਉੱਤੇ ਵੀ ਸਾਡੀ ਜਿਹੜੀ ਕਲਾਸਵਾਰ ਹੈ ਉਹ ਖਤਮ ਕਰ ਦਿੱਤੀ ਹੈ, ਤੇ ਨਿਰਧਨ ਸਰਧਨ ਦੇ ਖੇਮਿਆਂ ਦੇ ਵਿੱਚ ਵੀ ਮਨੁੱਖਤਾ ਨੂੰ ਵੰਡਣ ਦਾ ਜਿਹੜਾ ਇੱਕ ਕਮਿਊਨਿਸਟ ਏਜੰਡਾ ਹੈ ਉਹਨੂੰ ਵੀ ਗੁਰੂ ਸਾਹਿਬ ਨੇ ਰਿਜੈਕਟ ਕਰਕੇ ਗੁਰਬਾਣੀ ਦੇ ਰਾਹੀਂ ਸਾਨੂੰ ਹੁਕਮ ਕੀਤਾ ਹੈ ਕਿ ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਇਹ ਅੱਜ ਲੋੜ ਇਸ ਗੱਲ ਦੀ ਹੈ ਕਿ ਸਰਧਨ ਸਿੱਖ ਜਿਹੜੇ ਨੇ ਉਹ ਨਿਰਧਨ ਸਿੱਖਾਂ ਨੂੰ ਆਰਥਿਕ ਸਮਾਜਿਕ ਤੌਰ ਤੇ ਉਹਨਾਂ ਦੀਆਂ ਪਰਿਸਥਿਤੀਆਂ ਬਦਲਣ ਲਈ ਕੋਈ ਪ੍ਰੋਗਰਾਮ ਉਲੀਕਣ ਤੇ ਸ੍ਰੀ ਅਕਾਲ ਤਖਤ ਸਾਹਿਬ ਉਸ ਦੀ ਅਗਵਾਈ ਕਰੇ ਤੇ ਉਹਦੀ ਸਰਪ੍ਰਸਤੀ ਕਰੇ। ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ ਕਿ ਅੱਜ ਜਿਹੜਾ ਸਮਾਂ ਹੈ ਇਹ ਇਕਨੋਮੀ ਦਾ ਯੁੱਗ ਚੱਲ ਰਿਹਾ ਹੈ। ਅੱਜ ਸੰਸਾਰ ਦੇ ਵਿੱਚ ਜੇ ਦੌੜ ਲੱਗੀ ਹੈ ਨਾ ਕਿ ਕੌਣ ਵੱਡਾ ਹੈ, ਉਹ ਮਾਇਆ ਵਡਿਆਈ ਸਾਹਮਣੇ ਆ ਗਈ ਹੈ। ਪਦਾਰਥਵਾਦ, ਜਿਹਦੇ ਕੋਲ ਪਦਾਰਥ ਵੱਧ ਨੇ, ਜਿਹਦੇ ਕੋਲ ਮਾਰਕੀਟ ਦੁਨੀਆ ਦੀ ਵੱਧ ਹੈ, ਉਹ ਇਕਨੋਮੀ ਦੇ ਬੇਸ ਦੇ ਉੱਤੇ ਉਹ ਵੱਡੇ ਛੋਟੇ ਦਾ ਜਿਹੜਾ ਨਾ ਉਹਦਾ ਇੱਕ ਨਿਰਣਾ ਕੀਤਾ ਜਾਂਦਾ, ਉਹਦਾ ਇੱਕ ਰਿਜ਼ਲਟ ਕੱਢਿਆ ਜਾਂਦਾ। ਲੇਕਿਨ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸਿਧਾਂਤ ਦਿੱਤਾ ਨਾ ਇਹ ਕਲਾਸਵਾਰ ਨੂੰ ਮੇਟ ਕੇ, ਉਹ ਸਾਨੂੰ ਦਿੱਤਾ ਸਰਬੱਤਰਵਾਦ ਦਾ ਸਿਧਾਂਤ। ਹੋ ਸਕਦਾ ਕੋਈ ਰਾਜਨੀਤਿਕ ਲੋਕਾਂ ਨੇ ਆਪਣਾ ਏਜੰਡਾ ਰੱਖਿਆ ਹੋਵੇ ਕਿ ਸਭ ਕਾ ਸਾਥ, ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਸਾਥ, ਲੇਕਿਨ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ ਨਾ ਸਰਬੱਤਰਵਾਦ ਦਾ ਸਿਧਾਂਤ, ਉਹ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੇ ਉੱਤੇ ਆਧਾਰਿਤ ਹੈ। ਇਹ ਸਰਬੱਤਰਵਾਦ ਦਾ ਜਿਹੜਾ ਸਿਧਾਂਤ ਹੈ ਸਰਬੱਤ ਦੇ ਭਲੇ ਦੀ ਗਰੰਟੀ ਕਰਦਾ ਦੁਨੀਆ ਦੇ ਮਨੁੱਖਤਾ ਲਈ। ਸੋ ਇਹ ਜਿਹੜਾ ਇਹ ਸਾਰਾ ਸਿਧਾਂਤ ਹੈ, ਇਹਨੂੰ ਸਾਨੂੰ ਦੁਨੀਆ ਦੇ ਸਾਹਮਣੇ ਇੱਕ ਤੀਸਰਾ ਜਿਹੜਾ ਇੱਕ ਸਿਧਾਂਤ ਦੇ ਰੂਪ ਦੇ ਵਿੱਚ ਸਾਨੂੰ ਪੇਸ਼ ਕਰਨਾ ਪਏਗਾ, ਜਿਹੜਾ ਮਨੁੱਖਤਾ ਦੇ ਹੱਥੋਂ ਮਨੁੱਖਤਾ ਦੀ ਤਬਾਹੀ ਨੂੰ ਰੋਕਦਾ ਹੈ, ਅਧਿਆਤਮਕਤਾ ਦੇ ਨਾਲ ਜੋੜਦਾ ਹੈ, ਮਨੁੱਖਤਾ ਨੂੰ ਮਨੁੱਖ ਦਾ ਸਹਿਯੋਗੀ ਬਣਾਉਂਦਾ ਹੈ। ਦੁਨੀਆ ਦੇ ਵਿੱਚ ਜੇ ਸਹਿਯੋਗ ਬਣੇਗਾ ਆਪਸ ਵਿੱਚ ਤਾਂ ਹੀ ਇਕਨੋਮੀ ਫਲਰਿਸ਼ ਕਰੇਗੀ, ਤਾਂ ਹੀ ਸਰਬੱਤ ਦਾ ਭਲਾ ਹੋਏਗਾ, ਤਾਂ ਹੀ ਮਨੁੱਖਤਾ ਦੇ ਹੱਥੋਂ ਮਨੁੱਖਤਾ ਦੀ ਤਬਾਹੀ ਰੁਕੇਗੀ, ਤਾਂ ਹੀ ਮਨੁੱਖ ਜਿਹੜਾ ਉਹ ਵਿਕਾਸ ਤੇ ਵਿਕਾਸ ਵਾਲੇ ਤੁਰੇਗਾ। ਮੈਂ ਇੱਕ ਗੱਲ ਦਾ ਹੋਰ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਅੱਜ ਪਹਿਲੀ ਵਾਰੀ ਹੈ ਕਿ ਕੋਈ ਜਥੇਦਾਰ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਹੁੰਦਿਆਂ ਕੋਈ ਇਕਨੋਮਿਕ ਵਿਸ਼ੇ ਦੇ ਉੱਤੇ ਬੁੱਧੀਜੀਵੀਆਂ ਦੇ ਨਾਲ ਗੱਲਬਾਤ ਕਰਨ ਲਈ ਉਹ ਇਸ ਵੈਬੀਨਾਰ ਦੇ ਵਿੱਚ ਜੁੜੇ ਨੇ, ਉਹਨਾਂ ਨੇ ਦਰਸ਼ਨ ਦਿੱਤੇ ਨੇ। ਸਾਨੂੰ ਇਸ ਗੱਲ ਦਾ ਬਹੁਤ ਹੀ ਤੁਹਾਡੇ ਤੇ ਮਾਣ ਹੈ, ਫਖਰ ਹੈ। ਸਤਿਗੁਰ ਕਿਰਪਾ ਕਰੇ, ਸਤਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ, ਸਿਹਤਯਾਬੀ ਬਖਸ਼ੇ, ਹੋਰ ਬੁਲੰਦੀਆਂ ਤੇ ਜਾਣ ਦਾ ਇੱਕ ਨਿਮਰਤਾ ਦੇ ਨਾਲ ਸਾਰੀ ਸੰਗਤ ਨੂੰ ਜੋੜ ਕੇ ਉਹਨਾਂ ਦੇ ਬਖਰੇਵੇਂ ਦੂਰ ਕਰਕੇ, ਤੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਇਹ ਕਹਿੰਦਾ ਜਿਹੜਾ 36 ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਹੜੇ ਸਾਡੇ 15 ਭਗਤਾਂ ਦੇ ਨਾਲ ਸੰਬੰਧਿਤ ਜਿਹੜੇ ਸਾਡਾ ਉਹਨਾਂ ਦੇ ਭਾਈਚਾਰੇ ਨੇ, ਇੱਕ ਐਸਾ ਉਪਰਾਲਾ ਕਰੀਏ ਕਿ ਉਹ ਸਾਰੇ ਭਾਈਚਾਰਿਆਂ ਨੂੰ ਆਪਣੇ ਪੰਥ ਦੇ ਨਾਲ ਜੋੜ ਕੇ, ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਾਲ ਜੋੜ ਕੇ ਜੇ ਅਸੀਂ ਤੁਰ ਸਕੀਏ, ਕੋਈ ਐਸਾ ਉਪਰਾਲਾ ਬਣ ਸਕੀਏ, ਤੇ ਮੈਂ ਸਮਝਦਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਬਹੁਤ ਹੀ ਵੱਡਾ ਇੱਕ ਕਾਰਨਾਮਾ ਹੋਏਗਾ। ਜੇ ਮੈਂ ਆਸ ਕਰਾਂਗਾ ਕਿ ਸਿੰਘ ਸਾਹਿਬ ਜੀ ਇਸ ਗੱਲ ਨੂੰ ਪੂਰੇ ਯੋਗ ਨੇ, ਪੂਰੇ ਸਮਰੱਥ ਨੇ, ਅਸੀਂ ਸਾਰੇ ਉਹਨਾਂ ਦੇ ਇਸ ਗੱਲ ਲਈ ਉਹਨਾਂ ਦਾ ਸਾਥ ਦੇਵਾਂਗੇ, ਉਹ ਅਗਵਾਈ ਕਰਨ, ਆਪਾਂ ਇਹ ਸਰਬੱਤ ਦੇ ਭਲੇ ਵੱਲ ਨੂੰ ਆਪਣਾ ਮਾਰਚ ਹੋਰ ਤੇਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਜਿੰਨੇ ਵੀ ਵੀਰ ਭੈਣਾਂ ਇਸ ਵੈਬੀਨਾਰ ਦੇ ਵਿੱਚ ਭਾਗ ਲੈ ਰਹੇ ਹੈ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ੀ ਸਭ ਨਾਲ ਫਤਿਹ ਦੀ ਸਾਂਝ ਪਾਉਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਇੱਕ ਬਹੁਤ ਹੀ ਪਿਆਰੇ ਵਿਸ਼ੇ ਦੇ ਉੱਤੇ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਇਕੱਠੇ ਹੋਏ ਹਾਂ ਤੇ ਉਹ ਵਿਸ਼ਾ ਹੈ ਦੇਗ ਤੇਗ ਫਤਿਹ। ਜਿਵੇਂ ਕਿ ਪਹਿਲੋਂ ਵੀਰ ਜੀ ਬੋਲ ਕੇ ਗਏ ਹੈ ਕਿ ਇਹਨੂੰ ਖਾਲਸੇ ਦਾ ਆਸ਼ੀਰਵਾਦ ਜਿਹੜਾ ਹੈ ਉਹ ਮੰਨਿਆ ਗਿਆ। ਮਨੁੱਖ ਨੂੰ 4 ਚੀਜ਼ਾਂ ਦੀ ਜ਼ਰੂਰਤ ਜਿਹੜੀ ਹੈ ਉਹ ਰਹੀ ਹੈ। ਦੁਨੀਆ ਦੇ ਬਹੁਤ ਸਾਰੇ ਧਰਮ, ਖਾਸ ਤੌਰ ਦੇ ਉੱਤੇ ਹਿੰਦੁਸਤਾਨ ਦੇ ਜਿਹੜੇ ਧਰਮ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ 4 ਚੀਜ਼ਾਂ ਜਿਹੜੀਆਂ ਨੇ ਉਹ ਮਨੁੱਖ ਨੂੰ ਚਾਹੀਦੀਆਂ ਨੇ। 4 ਪਦਾਰਥ ਜਿਹੜੇ ਆ ਉਹ ਮਨੁੱਖ ਨੂੰ ਚਾਹੀਦੇ ਨੇ ਵਧੀਆ ਢੰਗ ਦੇ ਨਾਲ ਜ਼ਿੰਦਗੀ ਜਿਉਣ ਵਾਸਤੇ, ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਧਰਮ, ਅਰਥ, ਕਾਮ ਤੇ ਮੋਕਸ਼ ਦੀ ਗੱਲ ਜਿਹੜੀ ਹੈ ਉਹ ਹੋਈ ਹੈ। ਗੁਰਬਾਣੀ ਦੇ ਵਿੱਚ ਵੀ ਇਹਨਾਂ 4 ਪਦਾਰਥਾਂ ਦੀ ਗੱਲ ਕੀਤੀ ਗਈ ਹੈ। ਮਨੁੱਖ ਨੂੰ ਧਰਮ ਚਾਹੀਦਾ ਜਿਹੜਾ ਉਹਦੀ ਰੂਹ ਨੂੰ ਸਕੂਨ ਦੇ ਸਕੇ, ਜਿਹੜੀਆਂ ਉਹਦੀਆਂ ਮਾਨਸਿਕ ਤ੍ਰਿਸ਼ਨਾਵਾਂ ਨੂੰ ਤ੍ਰਿਪਤ ਕਰ ਸਕੇ, ਜਿਹੜਾ ਉਹਦੇ ਭਟਕੇ ਹੋਏ ਮਨ ਨੂੰ ਸ਼ਾਂਤ ਕਰ ਸਕੇ। ਦੂਸਰਾ, ਮਨੁੱਖ ਨੂੰ ਅਰਥ ਚਾਹੀਦਾ ਹੈ। ਅਰਥ ਦਾ ਮਤਲਬ ਇਹੀ ਆਰਥਿਕਤਾ ਹੈ। ਆਪਣੇ ਉਦਰ ਪੂਰਨਿਆਂ ਵਾਸਤੇ, ਜ਼ਿੰਦਗੀ ਚਲਾਉਣ ਵਾਸਤੇ ਪੈਸਾ ਚਾਹੀਦਾ ਹੈ। ਖੁਸ਼ਹਾਲ ਜੀਵਨ ਜਿਉਣ ਵਾਸਤੇ ਪੈਸੇ ਦੀ ਜ਼ਰੂਰਤ ਹੈ। ਤੇ ਜਦੋਂ ਇਹ ਦੋਨੋਂ ਚੀਜ਼ਾਂ ਮਿਲ ਜਾਂਦੀਆਂ ਤੇ ਫਿਰ ਤੀਸਰੀ ਚੀਜ਼ ਜਿਹੜੀ ਚਾਹੀਦੀ ਹੈ ਉਹ ਹੈ ਕਾਮ। ਕਾਮ ਦਾ ਇੱਥੇ ਅਰਥ ਹੁੰਦਾ ਹੈ ਕਾਮਨਾ। ਕਾਮ ਇੱਕ ਵਿਕਾਰ ਵੀ ਹੈ, ਔਗਣ ਵੀ ਹੈ। ਪਰ ਜਦੋਂ ਪਦਾਰਥ ਦੇ ਵਿੱਚ ਜਾਂ ਪਦਾਰਥਾਂ ਦੀ ਕੈਟਾਗਰੀ ਦੇ ਵਿੱਚ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਜਾਂ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਇੱਥੇ ਅਰਥ ਹੈ ਕਾਮਨਾ। ਹਰ ਵਿਅਕਤੀ ਚਾਹੁੰਦਾ ਹੈ ਕਿ ਮੇਰੀ ਕਾਮਨਾ ਜਿਹੜੀ ਹੈ ਉਹ ਪੂਰੀ ਹੋਵੇ। ਵੈਸੇ ਵੀ ਦੁੱਖ ਸੁੱਖ ਜਿਹੜਾ ਹੈ ਉਹ ਕਾਮਨਾ ਨਾਲ ਹੀ ਜੁੜਿਆ। ਇੱਛਾ ਪੈਦਾ ਹੋ ਗਈ, ਕਾਮਨਾ ਪੈਦਾ ਹੋ ਗਈ, ਜੇ ਪੂਰੀ ਹੋ ਗਈ ਤਾਂ ਸੁੱਖ ਹੈ, ਜੇ ਨਾ ਪੂਰੀ ਹੋਈ ਤਾਂ ਦੁੱਖ ਹੈ। ਇੱਛਾ ਕੋਈ ਵੀ ਹੋ ਸਕਦੀ ਹੈ, ਕਾਮਨਾ ਕੋਈ ਵੀ ਹੋ ਸਕਦੀ ਹੈ, ਕਿਸੇ ਵੀ ਰੂਪ 'ਚ ਹੋ ਸਕਦੀ ਹੈ। ਜਦੋਂ ਵਿਅਕਤੀ ਦੀ ਪੂਰੀ ਹੋ ਜਾਂਦੀ ਹੈ ਤੇ ਵਿਅਕਤੀ ਖੁਸ਼ ਹੋ ਜਾਂਦਾ ਹੈ, ਤੇ ਜੇ ਪੂਰੀ ਨਹੀਂ ਹੁੰਦੀ ਤੇ ਫਿਰ ਉਹ ਦੁਖੀ ਹੋ ਜਾਂਦਾ। ਦੁੱਖ ਤੇ ਸੁੱਖ ਜਿਹੜੇ ਆ ਉਹ ਇੱਛਾਵਾਂ ਦੇ ਵਿੱਚੋਂ ਨਿਕਲਦੇ ਆ, ਕਾਮਨਾਵਾਂ ਦੇ ਵਿੱਚੋਂ ਨਿਕਲਦੇ ਆ। ਚੌਥੀ ਜਿਹੜੀ ਚੀਜ਼ ਕਹੀ ਗਈ ਹੈ ਉਹ ਹੈ ਮੋਕਸ਼, ਕਿ ਹਰ ਬੰਦਾ ਚਾਹੁੰਦਾ ਹੈ ਮੇਰਾ ਕਲਿਆਣ ਹੋਵੇ। ਇਹ ਜਿਹੜਾ ਦੇਗ ਤੇ ਤੇਗ ਸ਼ਬਦ ਹੈ, ਜਿਹਨੂੰ ਸਾਡੇ ਸਕਾਲਰਾਂ ਨੇ, ਸਾਡੇ ਵਿਦਵਾਨਾਂ ਨੇ, ਸਾਡੇ ਕੋਸ਼ਕਰਤਾਵਾਂ ਨੇ ਖਾਲਸੇ ਦਾ ਆਸ਼ੀਰਵਾਦ ਕਿਹਾ, ਇਹ ਬਹੁਤ ਹੀ ਜ਼ਿਆਦਾ ਪਾਪੂਲਰ ਜਿਹੜਾ ਹੈ ਉਹ ਸਾਡੇ ਸਿੱਖ ਸਮਾਜ ਦੇ ਵਿੱਚ ਹੋਇਆ। 2 ਵਾਰ ਖਾਲਸੇ ਨੇ ਆਪਣਾ ਰਾਜ ਭਾਗ ਜਿਹੜਾ ਕਾਇਮ ਕੀਤਾ। ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ, ਜਿਹਦੀ ਉਮਰ ਜਿਹੜੀ ਹੈ ਬੜੀ ਛੋਟੀ ਸੀ, ਤੇ ਦੂਸਰਾ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ, ਜਿਹੜਾ ਕੋਈ 50 ਸਾਲ ਤਕਰੀਬਨ ਚੱਲਿਆ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਇਹਨਾਂ ਦੋਨਾਂ ਹੀ ਸਾਡੀਆਂ ਸਿੱਖ ਸਟੇਟਾਂ ਦੇ ਵਿੱਚ ਜਦੋਂ ਸਿੱਕੇ ਘੜੇ ਗਏ ਤੇ ਉਹਨਾਂ ਸਿੱਖਿਆਂ ਦੇ ਉੱਤੇ ਜਿਹੜੀ ਇਬਾਰਤ ਲਿਖੀ ਗਈ ਉਹ ਵੀ ਇਹੋ ਲਿਖੀ ਗਈ ਕਿ ਦੇਗੋ ਤੇਗੋ ਫਤਿਹ ਹੈ ਨੁਸਰਤ ਬੇਦਰੰਗ। ਔਰ ਇਹ ਵੀ ਸਾਡੇ ਮਿਲਦਾ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਦੇਗ ਤੇਗ ਜਗ ਮੈਂ ਦਊ ਚੱਲੈ। ਮਨੁੱਖ ਨੂੰ ਜੇ ਇਸ ਕਥਨ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ, ਇਸ ਸ਼ਬਦ ਦੇ ਸੰਦਰਭ ਦੇ ਵਿੱਚ ਦੇਖੀਏ, ਤੇ ਮਨੁੱਖ ਨੂੰ ਜ਼ਿੰਦਗੀ ਜਿਉਣ ਵਾਸਤੇ ਭੋਜਨ ਦੀ ਲੋੜ ਹੈ, ਲੰਗਰ ਦੀ ਲੋੜ ਹੈ, ਪ੍ਰਸ਼ਾਦੇ ਦੀ ਲੋੜ ਹੈ। ਤੇ ਦੂਸਰੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਮਨੁੱਖ ਦਾ ਪ੍ਰਭਾਵ ਹੋਵੇ, ਮਨੁੱਖ ਨੂੰ ਆਜ਼ਾਦੀ ਹੋਵੇ, ਮਨੁੱਖ ਨੂੰ ਸਕੂਨ ਹੋਵੇ। ਤੇ ਉਹਦੇ ਲਈ ਤੇਗ ਸ਼ਬਦ ਦਾ ਇਸਤੇਮਾਲ ਹੋਇਆ। ਭਾਵ ਕਿ ਸਿੱਖ ਦੀ ਜਿਹੜੀ ਹੈ ਉਹ ਹਰ ਮੈਦਾਨ, ਹਰ ਦੀਵਾਨ ਫਤਿਹ ਹੋਵੇ। ਮੈਦਾਨ ਦੇ ਵਿੱਚ ਵੀ ਫਤਿਹ ਹੋਵੇ, ਦੀਵਾਨ ਦੇ ਵਿੱਚ ਵੀ ਫਤਿਹ ਹੋਵੇ। ਜ਼ੁਲਮ ਦੇ ਉੱਤੇ ਸਿੱਖ ਆਪਣਾ ਜਿਹੜਾ ਹੈ ਉਹਨੂੰ ਨਾਸ਼ ਕਰਨ ਦੇ ਲਈ ਸਮਰੱਥਾਵਾਨ ਬਣੇ, ਜ਼ਾਲਮ ਦਾ ਨਾਸ਼ ਕਰੇ, ਜ਼ੁਲਮ ਦਾ ਨਾਸ਼ ਕਰੇ,
ਵੈਰੀ ਦਾ ਨਾਸ਼ ਕਰੇ। ਤੇ ਵੈਰੀ ਜਿਹੜੇ ਜ਼ਰੂਰੀ ਨਹੀਂ ਹੈ ਕਿ ਸਾਡੇ ਜਿਹੜੇ ਆ ਉਹ ਬਾਹਰੀ ਹੁੰਦੇ ਆ, ਅੰਦਰੂਨੀ ਵੀ ਵੈਰੀ ਹੈਗੇ ਸਾਡੇ। ਕਾਮ ਸਾਡਾ ਵੈਰੀ ਹੈ, ਕ੍ਰੋਧ ਸਾਡਾ ਵੈਰੀ ਹੈ, ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਸਾੜਾ ਦਵੈਸ਼, ਇਹ ਸਾਡੇ ਵੈਰੀ ਨੇ। ਤੇ ਮਨੁੱਖ ਨੇ ਇਹਨਾਂ ਦੇ ਉੱਤੇ ਵੀ ਫਤਿਹ ਪਾਉਣੀ। ਤੇਗ ਦੇ ਨਾਲ ਫਤਿਹ ਬਾਹਰੀ ਵੈਰੀਆਂ ਤੇ ਪਾਉਣੀ ਹੈ, ਜ਼ਾਲਮਾਂ ਤੇ ਪਾਉਣੀ ਹੈ, ਜ਼ੁਲਮ ਤੇ ਪਾਉਣੀ ਹੈ। ਪਰ ਇੱਕ ਤੇਗ ਹੈ ਗਿਆਨ ਦੀ। ਗਿਆਨ ਦੀ ਜਿਹੜੀ ਤੇਗ ਹੈ, ਗਿਆਨ ਦੀ ਜਿਹੜੀ ਖੜਗ ਹੈ, ਉਹ ਅੰਦਰੂਨੀ ਵੈਰੀਆਂ ਦੇ ਉੱਤੇ ਫਤਿਹ ਕਰਨ ਦੇ ਲਈ ਸਾਡੀ ਸਹਾਇਤਾ ਕਰਦੀ ਹੈ, ਸਾਡੀ ਮਦਦਗਾਰ ਹੁੰਦੀ ਹੈ। ਤੇ ਸਾਡੀ ਸਰੀਰਕ ਲੋੜਾਂ ਪੂਰਤੀ ਕਰਨ ਵਾਲੀ ਜਿਹੜੀ ਦੇਗ ਹੈ, ਇਹ ਵੀ ਫਤਿਹ ਹੋਵੇ। ਇਹ ਸਾਡੇ ਵੈਰੀਆਂ ਨੂੰ ਨਾਸ਼ ਕਰਨ ਵਾਲੀ, ਬਾਹਰੀ ਅੰਦਰੂਨੀ ਵੈਰੀਆਂ ਨੂੰ ਨਾਸ਼ ਕਰਨ ਵਾਲੀ ਤੇਗ ਹੈ, ਤਲਵਾਰ ਹੈ, ਗਿਆਨ ਖੜਗ ਹੈ। ਚਾਹੇ ਉਹ ਜ਼ਾਲਮ ਦੇ ਉੱਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ, ਖਤਮ ਕਰਨ ਦੇ ਲਈ ਵਰਤੀ ਜਾਣ ਵਾਲੀ ਤੇਗ ਹੈ। ਇਹਦੇ ਵਿੱਚ ਵੀ ਸਾਡੀ ਜਿਹੜੀ ਹੈ ਉਹ ਫਤਿਹ ਹੋਵੇ। ਜਦੋਂ ਵੀ 18ਵੀਂ ਸਦੀ ਦੇ ਵਿੱਚ ਇਸ ਬੋਲੇ ਦਾ ਇਸਤੇਮਾਲ ਜਿਹੜਾ ਉਹ ਬਹੁਤ ਖੂਬ ਹੁੰਦਾ ਸੀ। ਜਦੋਂ ਕੋਈ ਬਜ਼ੁਰਗ ਦਾਨਾ ਕਿਸੇ ਨੂੰ ਆਸ਼ੀਰਵਾਦ ਦਿੰਦਾ ਸੀ, ਕਿਸੇ ਯੋਧੇ ਨੂੰ, ਸਿੱਖ ਨੂੰ, ਸੂਰਬੀਰ ਨੂੰ, ਮੁਹਿੰਮਾਂ ਚੱਲਦੀਆਂ ਸੀ, ਘੋੜਿਆਂ ਦੇ ਉੱਤੇ ਸਿੱਖਾਂ ਦੇ ਘਰ ਸੀ, ਤਾਂ ਉਦੋਂ ਉਹ ਇਹੋ ਆਸ਼ੀਰਵਾਦ ਦਿੰਦਾ ਸੀ ਕਿ ਦੇਗ ਦੇਗ ਫਤਿਹ, ਤੇਰੀ ਦੇਗ ਦੇ ਵਿੱਚ ਵੀ ਫਤਿਹ ਹੋਵੇ, ਤੇਰੀ ਤੇਗ ਦੇ ਵਿੱਚ ਵੀ ਫਤਿਹ ਹੋਵੇ, ਤੇਰੀਆਂ ਸਰੀਰਕ ਲੋੜਾਂ ਵੀ ਪੂਰੀਆਂ ਹੋਣ, ਤੇਰੀ ਭੁੱਖ ਸਰੀਰਕ ਜਿਹੜੀ ਹੈ ਲੰਗਰ ਪ੍ਰਸ਼ਾਦੇ ਪਾਣੀ ਦੇ ਨਾਲ ਇਹ ਵੀ ਜਿਹੜੀ ਹੈ ਇਹ ਪੂਰੀ ਹੋਵੇ, ਔਰ ਤੂੰ ਪੂਰੀ ਕਰਨ ਦੇ ਸਮਰੱਥ ਵੀ ਹੋਵੇ, ਹੋਰਨਾਂ ਦੀ ਪੂਰੀ ਕਰਨ ਦੇ ਸਮਰੱਥ ਵੀ ਹੋਵੇ। ਇਹ ਨਹੀਂ ਹੈ ਕਿ ਆਪਦੀ ਸਰੀਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਰੱਥ ਬਣੇ, ਹੋਰਨਾਂ ਦੇ ਸਰੀਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਵੀ ਸਮਰੱਥ ਬਣੇ। ਉੱਥੇ ਨਾਲ ਤੇਗ ਫਤਿਹ ਹੋਵੇ, ਇਹ ਵੀ ਆਸ਼ੀਰਵਾਦ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ। ਅਸੀਂ ਜਦੋਂ ਦੇਖਦੇ ਹਾਂ ਸਮਾਜ ਦੇ ਅੰਦਰ ਝਾਤ ਮਾਰ ਕੇ, ਸਮਝਣ ਲਈ ਅਸੀਂ ਸਮਾਜ ਨੂੰ 4 ਵਰਗਾਂ ਦੇ ਵਿੱਚ ਵੰਡ ਰਹੇ ਹਾਂ, 4 ਹਿੱਸਿਆਂ 'ਚ ਵੰਡ ਰਹੇ, 4 ਖੇਤਰਾਂ 'ਚ ਵੰਡ ਲਈ। ਜਿਹੜਾ ਮਨੁੱਖੀ ਜ਼ਿੰਦਗੀ ਨਾਲ ਸੰਬੰਧ ਰੱਖਦਾ, ਮਨੁੱਖੀ ਜ਼ਿੰਦਗੀ ਨਾਲ ਸੰਬੰਧ ਰੱਖਣ ਵਾਲੇ ਜਿਹੜੇ 4 ਖੇਤਰ ਹੈ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਖੇਤਰ ਹੈ ਉਹ ਹੈ ਧਾਰਮਿਕ ਖੇਤਰ। ਦੂਸਰਾ ਜਿਹੜਾ ਹੈਗਾ ਉਹ ਹੈ ਸਮਾਜਿਕ ਖੇਤਰ। ਤੀਸਰਾ ਹੈਗਾ ਆਰਥਿਕ ਖੇਤਰ ਤੇ ਚੌਥਾ ਹੈਗਾ ਰਾਜਨੀਤਿਕ ਖੇਤਰ। ਇਹ 4 ਖੇਤਰ ਜਿਹੜੇ ਨੇ ਇਹ ਮਨੁੱਖ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਸੰਸਾਰ ਨੂੰ ਤੱਕਿਆ, ਸੰਸਾਰ ਨੂੰ ਦੇਖਿਆ, ਤਾਂ ਭਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਕਿ ਜਲਦੀ ਸਭ ਪ੍ਰਿਥਵੀ ਦਿਸ ਆਈ, ਸਾਰੀ ਧਰਤੀ ਸੜਦੀ ਹੋਈ ਦਿਸੀ। ਧਰਤੀ ਸੜ ਰਹੀ ਸੀ। ਧਰਤੀ ਸੜ ਰਹੀ ਦਾ ਮਤਲਬ ਹੈ ਕਿ ਮਨੁੱਖਤਾ ਜਿਹੜੀ ਹੈ ਕੁਰਲਾ ਰਹੀ ਸੀ। ਜਿਹੜੇ ਮਨੁੱਖੀ ਜੀਵਨ ਦੇ ਨਾਲ ਜੁੜੇ ਇਹ 4 ਪਹਿਲੂ ਸਨ, ਇਹਨਾਂ 4 ਪਹਿਲੂਆਂ ਦੇ ਵਿੱਚ ਹੀ ਮਨੁੱਖ ਜਿਹੜਾ ਹੈ ਉਹ ਸ਼ਿਕਸਤ ਖਾ ਚੁੱਕਿਆ ਸੀ, ਹਾਰ ਚੁੱਕਿਆ ਸੀ। ਧਾਰਮਿਕ ਖੇਤਰ ਦੀ ਅਗਵਾਈ ਜਿਹੜੀ ਹੈ ਉਸ ਵਕਤ ਦੇ ਧਾਰਮਿਕ ਆਗੂ ਕਰ ਰਹੇ ਸੀ। ਜਿਵੇਂ 3 ਹਿੰਦੁਸਤਾਨ ਦੇ ਵਿੱਚ ਮਤ ਸਨ। ਇੱਕ ਇਸਲਾਮ ਸੀ, ਉਹਦੀ ਜਿਹੜੀ ਧਾਰਮਿਕ ਪ੍ਰਤੀਨਿਧਤਾ ਹੈ ਉਹ ਕਾਜ਼ੀਆਂ ਦੇ ਕੋਲ ਸੀ, ਮੌਲਾਨਿਆਂ ਦੇ ਕੋਲ ਸੀ। ਦੂਸਰਾ ਹਿੰਦੂ ਧਰਮ ਦੀ ਪ੍ਰਤੀਨਿਧਤਾ ਬ੍ਰਾਹਮਣਾਂ ਦੇ ਕੋਲ ਸੀ, ਤੇ ਤੀਸਰਾ ਇੱਕ ਜੋਗੀਆਂ ਦਾ ਵੱਖਰਾ ਫਿਰਕਾ ਸੀ। ਧਾਰਮਿਕ ਤੌਰ ਦੇ ਉੱਤੇ ਮਨੁੱਖ ਇਸ ਕਰਕੇ ਹਤਾਸ਼ ਹੋਇਆ ਬੈਠਾ ਸੀ, ਨਿਰਾਸ਼ ਹੋਇਆ ਬੈਠਾ ਸੀ, ਕਿਉਂਕਿ ਤਿੰਨੋਂ ਹੀ ਧਰਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਜਿਹੜੇ ਧਾਰਮਿਕ ਆਗੂ ਸਨ ਉਹ ਆਪਣਾ ਫਰਜ਼ ਨਹੀਂ ਸੀ ਨਿਭਾ ਰਹੇ। ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਭਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ, ਕਾਜੀ ਹੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਇਹ ਵੀ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ, ਬ੍ਰਾਹਮਣ ਨਹਾਵੇ ਜੀਆ ਕਾਏ, ਜੋਗੀ ਜੁਗਤ ਨ ਜਾਣੇ ਅੰਧ ਤਿੰਨੇ ਉਜਾੜੇ ਕਫਨ। ਤਿੰਨੇ ਫਰਜ਼ ਨਹੀਂ ਸੀ ਨਿਭਾ ਰਹੇ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਗੀਆਂ ਦੇ ਉੱਤੇ ਵੀ ਕਟਾਕਸ਼ ਕੀਤੀ ਸ਼ਬਦਾਂ ਨਾਲ, ਬੜੇ ਪਿਆਰ ਨਾਲ। ਬ੍ਰਾਹਮਣਾਂ ਦੇ ਉੱਤੇ ਵੀ ਕੀਤੀ ਔਰ ਕਾਸੀਆਂ ਦੇ ਉੱਤੇ ਵੀ ਕੀਤੀ। ਮਕਸਦ ਇਹਨਾਂ ਨੂੰ ਨੀਵਾਂ ਦਿਖਾਉਣਾ ਨਹੀਂ ਸੀ ਗੁਰੂ ਨਾਨਕ ਸਾਹਿਬ। ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਮਾਹੌਲ ਹੈ ਕਿ ਕਟਾਕਸ਼ ਹੁੰਦੀ ਹੈ,
ਲੇਕਿਨ ਅੱਜ ਕਟਾਕਸ਼ ਕਰਨ ਦਾ ਮਤਲਬ, ਆਲੋਚਨਾ ਕਰਨ ਦਾ ਮਤਲਬ ਸੁਧਾਰ ਕਰਨਾ ਨਹੀਂ ਹੈ, ਬਲਕਿ ਨੀਵਾਂ ਦਿਖਾਉਣਾ ਹੈ। ਇਹੋ ਹੀ ਕਾਰਨ ਸੀ ਕਿ ਮਨੁੱਖ ਦੇ ਧਾਰਮਿਕ ਜੀਵਨ ਦੇ ਵਿੱਚ ਉਸ ਵਕਤ ਬਹੁਤ ਜ਼ਿਆਦਾ ਘੁੱਪ ਹਨੇਰਾ ਜਿਹੜਾ ਉਹ ਪਸਰਿਆ ਹੋਇਆ ਸੀ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖ ਦੇ ਧਾਰਮਿਕ ਜੀਵਨ ਦੇ ਵਿੱਚ ਉਜਾਲਾ ਕਰਨ ਵਾਸਤੇ, ਜਿੱਥੇ ਇਹਨਾਂ ਤਿੰਨਾਂ ਹੀ ਧਰਮਾਂ ਦੇ ਪ੍ਰਤੀਨਿਧਤਾ ਨੂੰ ਸੇਧ ਦਿੱਤੀ ਕਿ ਤੁਸੀਂ ਆਪਣਾ ਫਰਜ਼ ਸਹੀ ਨਿਭਾਓ, ਤੁਹਾਡਾ ਧਰਮ, ਤੁਹਾਡਾ ਫਰਜ਼ ਜਿਹੜਾ ਹੈ ਉਹ ਮਨੁੱਖ ਨੂੰ ਗਿਆਨ ਦੇਣਾ ਹੈ, ਸਮਝ ਦੇਣਾ ਹੈ, ਸੋਝੀ ਦੇਣਾ ਹੈ ਔਰ ਸਹੀ ਰਸਤੇ ਤੇ ਤੋਰਨਾ ਹੈ। ਪਖੰਡਵਾਦ ਤੋਂ ਦੂਰ, ਵਹਿਮਾਂ ਭਰਮਾਂ ਤੋਂ ਦੂਰ, ਕੂੜ ਦੇ ਪਸਾਰੇ ਤੋਂ ਦੂਰ ਮਨੁੱਖ ਨੂੰ ਇੱਕ ਉਸ ਦਿਸ਼ਾ 'ਚ ਲੈ ਕੇ ਜਾਣਾ ਹੈ ਜਿਸ ਦਿਸ਼ਾ ਦੇ ਵਿੱਚ ਪਰਮੇਸ਼ਵਰ ਦਾ ਵਾਸ ਹੈ, ਸੱਚ ਦਾ ਵਾਸ ਹੈ। ਦੂਸਰਾ ਜਿਹੜਾ ਖੇਤਰ ਸੀ ਸਮਾਜਿਕ ਖੇਤਰ, ਉਹਦੇ ਵਿੱਚ ਵੀ ਮਨੁੱਖ ਦੀ ਜ਼ਿੰਦਗੀ 'ਚ ਅੰਧਕਾਰ ਹੀ ਅੰਧਕਾਰ ਪਸਰਿਆ ਹੋਇਆ ਸੀ। ਵਹਿਮਾਂ ਭਰਮਾਂ ਵਿੱਚ ਫਸਾਉਣ ਵਾਲੇ ਲੋਕ ਵਹਿਮਾਂ ਭਰਮਾਂ 'ਚ ਫਸਾ ਰਹੇ ਸੀ। ਸਮਾਜਿਕ ਜੀਵਨ ਮਨੁੱਖਾਂ ਦਾ ਜਿਹੜਾ ਬਿਲਕੁਲ ਹੀ ਪੇਤਲਾ ਸੀ। ਕੋਈ ਸਮਾਜਿਕ ਜੀਵਨ ਦੇ ਵਿੱਚ ਖੁਸ਼ਹਾਲੀ ਨਹੀਂ ਸੀ, ਗੁਰਬਤ ਸੀ, ਖੁਸ਼ਹਾਲੀ ਨਹੀਂ ਸੀ, ਪਖੰਡ ਸੀ, ਦੰਭ ਸੀ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਹੈ, ਉਹ ਕਹਿੰਦੇ ਇਸਤਰੀ ਪੁਰਖੈ ਦਾਮ ਹਿਤ ਭਾਵੈ ਆਓ ਕਿਥਾ ਜਾਏ। ਪੈਸੇ ਦਾ ਪਿਆਰ ਸੀ ਤੇ ਪੈਸੇ ਦੇ ਪਿਆਰ ਦੇ ਕਾਰਨ ਇਸਤਰੀ ਕਿਤੇ ਮਰਜ਼ੀ ਤੁਰੀ ਫਿਰੇ, ਪੁਰਸ਼ ਜਿੱਥੇ ਮਰਜ਼ੀ ਤੁਰਿਆ ਫਿਰੇ, ਕੋਈ ਮਾਇਨੇ ਨਹੀਂ ਸੀ ਰੱਖਦਾ। ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਓ ਕਿਥਾ ਜਾਏ, ਇਹ ਹਾਲਾਤ ਸੀ ਸਮਾਜਿਕ ਮਨੁੱਖ ਦੇ ਉਸ ਵਕਤ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਨਿਮਨ ਕੈਟਾਗਰੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਸੀ, ਬਣਾਇਆ ਸੀ ਜਿਹੜਾ ਸਮਾਜ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਉਹਦੇ ਵਿੱਚੋਂ ਸ਼ੂਦਰਾਂ ਦੀ ਜਿਹੜੀ ਹਾਲਤ ਸੀ, ਕਥਿਤ ਜਿਹੜੇ ਸ਼ੂਦਰ ਸੀ ਉਹਨਾਂ ਦੀ ਹਾਲਤ ਜਿਹੜੀ ਸੀ ਬੜੀ ਪੇਤਲੀ ਸੀ। ਇਕੱਲੇ ਆਰਥਿਕ ਤੌਰ ਤੇ ਉਹ ਕਮਜ਼ੋਰ ਨਹੀਂ ਸੀ, ਬਲਕਿ ਉਹਨਾਂ ਨੂੰ ਸਮਾਜਿਕ ਜੀਵਨ ਦੇ ਵਿੱਚ ਕਈ ਪ੍ਰਕਾਰ ਦੀਆਂ ਦੁਸ਼ਵਾਰੀਆਂ, ਔਕੜਾਂ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਤਿਰਸਕਾਰ ਚੱਲਣਾ ਪੈਂਦਾ ਸੀ, ਨਫ਼ਰਤ ਦੇ ਸ਼ਿਕਾਰ ਹੁੰਦੇ ਸੀ ਉਹ। ਕਈ ਤਰ੍ਹਾਂ ਦੀਆਂ ਉਹਨਾਂ ਤੇ ਪਾਬੰਦੀਆਂ ਸੀ, ਉਹ ਤੁਰ ਨਹੀਂ ਸੀ ਸਕਦੇ ਖੁੱਲਾ, ਫਿਰ ਨਹੀਂ ਸੀ ਸਕਦੇ ਖੁੱਲਾ। ਅੱਜ ਬੇਸ਼ੱਕ ਉਹਨਾਂ ਵਿੱਚੋਂ ਕੁਝ ਤਬਕੇ ਖੁਸ਼ਹਾਲ ਹੋ ਗਏ ਨੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਗਿਲਾਨੀ ਜਿਹੜੀ ਹੈ ਜਾਂ ਜ਼ਲਾਲਤ ਜਿਹੜੀ ਹੈ ਉਹਨਾਂ ਨੂੰ ਚੱਲਣੀ ਪੈਂਦੀ। ਉਹਨਾਂ ਲੋਕਾਂ ਵੱਲੋਂ ਜਿਹੜੇ ਉੱਚ ਜਾਤੀ ਦਾ ਹੰਕਾਰ ਆਪਣੇ ਮਨ 'ਚ ਪਾਲਦੇ। ਤਾਂ ਸਮਾਜਿਕ ਵਰਤਾਰਾ ਜਿਹੜਾ ਹੈ ਮਨੁੱਖ ਦਾ ਉਹ ਬਹੁਤਾ ਵਧੀਆ ਨਹੀਂ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਇਹਦੇ ਉੱਤੇ ਵੀ ਆਪਣਾ ਧਿਆਨ ਕੇਂਦਰਿਤ ਕੀਤਾ। ਚੌਥਾ ਜਿਹੜਾ ਸੀ ਆਰਥਿਕ ਖੇਤਰ। ਆਰਥਿਕ ਖੇਤਰ ਦੇ ਵਿੱਚ ਵੀ ਨਾ ਬਰਾਬਰੀ ਜਿਹੜੀ ਹੈ ਬਹੁਤ ਪਸਰੀ ਹੋਈ ਸੀ ਉਸ ਵੇਲੇ। ਸਰਮਾਏਦਾਰ ਬਹੁਤ ਸਰਮਾਏਦਾਰ ਸੀ, ਗਰੀਬ ਜਿਹੜਾ ਬਹੁਤ ਗਰੀਬ ਸੀ। ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਦੁਨੀਆ ਦੇ ਵਿੱਚ ਜੋ ਬਣਤਰ ਬਣਦੀ ਜਾ ਰਹੀ ਹੈ, ਇੱਕ ਤੀਸਰਾ ਵਰਗ ਜਿਹੜਾ ਸੀ ਜਿਹਨੂੰ ਅਸੀਂ ਮਿਡਲ ਕਲਾਸ ਕਹਿੰਦੇ ਹਾਂ, ਉਹ ਉਭਰਿਆ ਸੀ ਉਦਯੋਗਿਕ ਕ੍ਰਾਂਤੀ ਤੋਂ ਬਾਅਦ। ਲੇਕਿਨ ਹੌਲੀ ਹੌਲੀ ਸਰਕਾਰਾਂ ਦੀਆਂ ਪਾਲਿਸੀਆਂ, ਨੀਤੀਆਂ ਇਸ ਤਰ੍ਹਾਂ ਦੀਆਂ ਬਣ ਰਹੀਆਂ ਕਿ ਉਹ ਮਿਡਲ ਕਲਾਸ ਜਿਹੜਾ ਵਰਗ ਹੈ ਉਹ ਖਤਮ ਹੁੰਦਾ ਜਾ ਰਿਹਾ। ਗਰੀਬ ਹੋਰ ਗਰੀਬ ਹੋ ਰਿਹਾ ਔਰ ਅਮੀਰ ਜਿਹੜਾ ਹੈ ਉਹ ਹੋਰ ਅਮੀਰ ਹੋ ਰਿਹਾ। ਜਿਸ ਕਿਸਮ ਦੀਆਂ ਪਾਲਿਸੀਆਂ ਬਣ ਰਹੀਆਂ ਨੇ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ, ਤਾਂ ਲੱਗਦਾ ਕਿ ਇਹ ਮਿਡਲ ਕਲਾਸ ਵਰਗ ਜਿਹੜਾ ਹੈ ਇਹ ਖਤਮ ਹੋਣ ਦੀ ਕਗਾਰ ਤੇ ਪੁੱਜ ਜਾਊਗਾ। ਉਹੀ ਹਾਲਾਤ ਆ ਜਾਣਗੇ ਜਿਹੜੇ 550 ਸਾਲ ਪਹਿਲਾਂ ਸੀ ਕਿ ਇੱਕ ਅਮੀਰ ਹੈ ਔਰ ਦੂਸਰਾ ਗਰੀਬ ਹੈ, ਵਿੱਚ ਵਿਚਾਲੇ ਦਾ ਕੋਈ ਰਸਤਾ ਨਹੀਂ। ਤਾਂ ਉਸ ਵਕਤ ਆਰਥਿਕ ਪਾੜਾ ਜਿਹੜਾ ਉਹ ਬਹੁਤ ਜ਼ਿਆਦਾ ਸੀ, ਜ਼ਮੀਨ ਅਸਮਾਨ ਜਿੰਨਾ ਆਰਥਿਕ ਪਾੜਾ ਸੀ। ਮਲਕ ਭਾਗੋ ਵਰਗੇ ਸਰਮਾਏਦਾਰ ਪੂੰਜੀਪਤੀਏ ਮੌਜੂਦ ਸਨ, ਦੂਜੇ ਪਾਸੇ ਭਾਈ ਲਾਲੋ ਜੀ ਵਰਗੇ ਸਨ। ਤਾਂ ਗੁਰੂ ਨਾਨਕ ਸਾਹਿਬ ਨੇ ਇਸ ਆਰਥਿਕ ਪਾੜੇ ਨੂੰ ਘੱਟ ਕਰਨ ਦੇ ਲਈ ਭਾਈ ਲਾਲੋ ਜੀ ਵਰਗਿਆਂ ਦੇ ਨਾਲ ਜਿਹੜਾ ਆਪਣਾ ਰਿਸ਼ਤਾ ਜੋੜਿਆ। ਮਕਸਦ ਸੀ ਇੱਕ ਰਿਸ਼ਤਾ ਜੋੜਨ ਦਾ, ਇੱਕ ਜਾਤ ਪਾਤ ਦੇ ਸਿਧਾਂਤ ਨੂੰ ਤੋੜਨਾ, ਤੇ ਦੂਸਰਾ ਜਿਹੜਾ ਸੀ ਉਹ ਆਰਥਿਕ ਪਾੜੇ ਨੂੰ ਘੱਟ ਕਰਨਾ। ਆਪਾਂ ਸਾਰੇ ਪੜ੍ਹਦੇ ਹਾਂ ਮਲਕ ਭਾਗੋ ਨੇ ਭੰਡਾਰਾ ਕੀਤਾ, ਗੁਰੂ ਨਾਨਕ ਸਾਹਿਬ ਨਹੀਂ ਗਏ। ਉਹਨਾਂ ਦੇ ਨਾਂ ਜਾਣ ਦਾ ਕਾਰਨ ਵੀ ਉਹੀ ਸੀ ਕਿ ਉਹ ਸਮਾਜ ਦੇ ਵਿੱਚ ਜਿਹੜਾ ਆਰਥਿਕ ਪਾੜਾ ਸੀ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਘੱਟ ਕਰਨਾ ਚਾਹੁੰਦੇ ਸੀ।
ਉਹ ਚਾਹੁੰਦੇ ਸੀ ਜਿਵੇਂ ਕਮਿਊਨਿਸਟਵਾਦ ਹੈ, ਕਮਿਊਨਿਜ਼ਮ ਜਿਹੜਾ ਜਾਂ ਮਾਰਕਸਵਾਦ ਹੈ, ਲੈਨਨਵਾਦ ਹੈ, ਇਹ ਵੀ ਨਾ ਬਰਾਬਰੀ ਦੀ ਗੱਲ ਕਰਦਾ ਹੈ। ਪਰ ਇਹ ਕੀ ਕਹਿੰਦਾ ਹੈਗਾ, ਇਹਨਾਂ ਦੀ ਥਿਊਰੀ ਕੀ ਹੈ? ਇਹਨਾਂ ਦੀ ਥਿਊਰੀ ਜਿਹੜੀ ਇਹੋ ਹੀ ਹੈ ਕਿ ਜਿਹੜਾ ਗਰੀਬ ਹੈ ਇਹਨੂੰ ਅਗਰ ਉੱਚਾ ਚੁੱਕਣਾ ਹੈ ਤੇ ਅਮੀਰਾਂ ਨੂੰ ਜਿਹੜਾ ਹੈ ਉਹ ਖਤਮ ਕਰ ਦੇਣਾ ਚਾਹੀਦਾ ਹੈ, ਅਮੀਰਾਂ ਦੇ ਗਲ ਕੱਟ ਦੇਣੇ ਚਾਹੀਦੇ ਆ, ਅਮੀਰਾਂ ਦੇ ਸਾਧਨ, ਅਮੀਰਾਂ ਦੇ ਜਿਹੜੇ ਵਸੀਲੇ ਨੇ ਉਹ ਲੁੱਟ ਲੈਣੇ ਚਾਹੀਦੇ ਨੇ, ਔਰ ਲੁੱਟੇ ਵੀ ਗਏ। 1917 ਦੇ ਵਿੱਚ ਜਦੋਂ ਰੂਸ ਦੀ ਵਿੱਚ ਕ੍ਰਾਂਤੀ ਆਈ ਹੈ ਤਾਂ ਉਸ ਵਕਤ ਅਮੀਰਾਂ ਨੂੰ ਲੁੱਟਿਆ ਗਿਆ, ਮਾਰਿਆ ਗਿਆ, ਗਰੀਬਾਂ ਨੂੰ ਉਹਨਾਂ ਦੇ ਬਰਾਬਰ ਕਰਨ ਵਾਸਤੇ। ਬਹੁਤ ਸਾਰੇ ਹੋਰ ਵੀ ਦੁਨੀਆ ਦੇ ਵਿੱਚ ਜਿਹਨੂੰ ਕਮਿਊਨਿਜ਼ਮ ਜਿਹੜਾ ਹੈ ਉਹ ਇਨਕਲਾਬ ਦਾ ਨਾਂ ਦਿੰਦਾ ਹੈ। ਇਨਕਲਾਬ ਆਇਆ ਤੇ ਉੱਤੇ ਅਮੀਰਾਂ ਨੂੰ ਖਦੇੜਿਆ ਗਿਆ, ਭਜਾਇਆ ਗਿਆ, ਉਹਨਾਂ ਦੀਆਂ ਇੰਡਸਟਰੀ ਦੇ ਉੱਤੇ ਕਬਜ਼ੇ ਕੀਤੇ ਗਏ, ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਕਬਜ਼ੇ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਸਰਕਾਰ ਦੇ ਅੰਡਰ ਕੀਤਾ ਗਿਆ। ਪਰ ਗੁਰਮਤ ਜਿਹੜੀ ਹੈ ਉਹ ਇਸ ਕਿਸਮ ਦੀ ਧਾਰਨਾ ਨਹੀਂ ਪੇਸ਼ ਕਰਦੀ ਜਗਤ ਦੇ ਅੰਦਰ। ਉਹ ਕਹਿੰਦੀ ਹੈ ਕਿ ਅਮੀਰ ਨੂੰ ਮਾਰਨ ਦੀ ਲੋੜ ਨਹੀਂ ਹੈ। ਜੇ ਅਮੀਰ ਤੇ ਗਰੀਬ ਹੈ, ਖੜੋਤੇ ਹੋਏ, ਗਰੀਬ ਛੋਟਾ ਹੈ, ਅਮੀਰ ਵੱਡਾ ਹੈ, ਤੇ ਅਮੀਰ ਦਾ ਗਲ ਵੱਢ ਕੇ ਤੁਸੀਂ ਉਹਨੂੰ ਗਰੀਬ ਦੇ ਬਰਾਬਰ ਜਿਹੜਾ ਨਾ ਕਰੋ। ਗਰੀਬ ਨੂੰ ਉੱਚਾ ਚੁੱਕੋ ਤੇ ਅਮੀਰ ਦੇ ਪੈਰਲਲ ਕਰਨ ਦਾ ਯਤਨ ਕਰੋ। ਗਰੀਬਾਂ ਨੂੰ, ਲੋੜਵੰਦਾਂ ਨੂੰ, ਉਹਨਾਂ ਨੂੰ ਇੰਨਾ ਚੁੱਕੋ ਕਿ ਉਹਨਾਂ ਦੇ ਅੰਦਰ ਗਰੀਬੀ ਦਾ ਅਹਿਸਾਸ, ਸੀਣ ਭਾਵਨਾ ਜਿਹੜੀ ਹੈ ਉਹ ਖਤਮ ਹੋ ਜਾਏ। ਇਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਅੰਦਰ ਨਾ ਬਰਾਬਰੀ ਦੀ ਗੱਲ ਕੀਤੀ ਜਾਂ ਬਰਾਬਰੀ ਦੀ ਗੱਲ ਕੀਤੀ। ਬਰਾਬਰੀ ਹੋਣੀ ਚਾਹੀਦੀ। ਚੌਥਾ ਜਿਹੜਾ ਖੇਤਰ ਸੀ ਉਹ ਸੀ ਪੋਲੀਟੀਕਲ ਖੇਤਰ, ਰਾਜਨੀਤਿਕ ਖੇਤਰ, ਜਿਹੜਾ ਮਨੁੱਖ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਸੀ। ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਤਾਕਤ ਜਿਹੜੀ ਹੈ ਉਹ ਰਾਜਿਆਂ ਦੇ ਹੱਥ ਸੀ, ਰਜਵਾੜਿਆਂ ਦੇ ਹੱਥ ਸੀ, ਡਿਕਟੇਟਰਸ਼ਿਪ ਸੀ। ਸਮਾਜ ਦੇ ਵਿੱਚ ਜਦੋਂ ਵੀ ਡਿਕਟੇਟਰਸ਼ਿਪ ਦੇ ਹੱਥ ਪਾਵਰ ਆਉਂਦੀ ਹੈ ਤੇ ਉਦੋਂ ਹੀ ਸਮਾਜ ਜਿਹੜਾ ਹੈ ਉਹ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਮੁਲਕ ਜਿਹੜੇ ਉਹ ਡਿਕਟੇਟਰਸ਼ਿਪ ਵੱਲ ਵੱਧ ਰਹੇ। ਡੈਮੋਕ੍ਰੇਸੀ ਦੀ ਜਿਹੜੀ ਗੱਲ ਹੈ ਬੜੀ ਕਮਜ਼ੋਰ ਪੈਂਦੀ ਜਾ ਰਹੀ ਹੈ। ਵੈਸੇ ਵੀ ਡੈਮੋਕ੍ਰੇਸੀ ਜਿਹੜੀ ਹੈ ਬੁਰੀ ਤਰ੍ਹਾਂ ਫੇਲ ਹੀ ਹੋਈ ਹੈ, ਕੋਈ ਬਹੁਤੀ ਸਕਸੈਸਫੁਲ ਨਹੀਂ ਰਹੀ ਹੈ। ਕਿਉਂਕਿ ਇੱਥੇ 51 ਜਿਹੜੇ ਮੂਰਖ ਨੇ ਉਹ ਤਾਕਤ 'ਚ ਆ ਜਾਂਦੇ ਆ, 49 ਜਿਹੜੇ ਸਕਾਲਰ ਜਿਹੜੇ ਆ, ਵਿਦਵਾਨ ਜਿਹੜੇ ਆ, ਉਹ ਰਹਿ ਜਾਂਦੇ। ਕਿਉਂਕਿ ਵੋਟ ਬਰਾਬਰ ਦੀ। ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੈ, ਸਕਾਲਰ ਹੈ, ਬਹੁਤ ਕਾਬਲ, ਪੜ੍ਹਿਆ ਲਿਖਿਆ, ਉਹਦੀ ਵੋਟ ਦੀ ਵੀ ਕੀਮਤ ਹੈ ਡੈਮੋਕ੍ਰੇਸੀ ਦੇ ਵਿੱਚ ਉਨੀ ਹੈ। ਤੇ ਇੱਕ ਸੜਕ ਦੇ ਉੱਤੇ ਤੁਰਿਆ ਜਾਂਦਾ ਮਸਤਾਨਾ ਬੰਦਾ ਹੈ, ਉਹਦੀ ਵੋਟ ਦੀ ਕੀਮਤ ਵੀ ਡੈਮੋਕ੍ਰੇਸੀ ਦੇ ਵਿੱਚ ਉਨੀ ਹੈ, ਬਰਾਬਰ। ਤੇ ਜਦੋਂ ਵੋਟ ਦੀ ਕੀਮਤ ਬਰਾਬਰ ਹੋ ਗਈ ਹੈ, ਇੱਕ ਸਕਾਲਰ ਦੀ ਵੋਟ ਦੀ ਕੀਮਤ, ਇੱਕ ਵਿਦਵਾਨ ਦੀ ਕੀਮਤ, ਵੋਟ ਦੀ ਕੀਮਤ, ਇੱਕ ਚਿੰਤਕ ਦੀ ਵੋਟ ਦੀ ਕੀਮਤ, ਇੱਕ ਚੰਗਾ ਸੂਝ ਸਮਝ ਰੱਖਣ ਵਾਲੇ ਵਿਅਕਤੀ ਦੀ ਵੋਟ ਦੀ ਕੀਮਤ, ਇੱਕ ਪਾਗਲ, ਮਸਤਾਨੇ, ਇੱਕ ਨਸ਼ੇੜੀ ਦੀ ਵੋਟ ਦੀ ਕੀਮਤ ਦੇ ਬਰਾਬਰ ਹੋ ਜਾਂਦੀ ਹੈ। ਤੇ ਉੱਥੇ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਲੋਕ ਹਿੱਤ ਲਈ ਜਿਹੜੀ ਹੈ ਸਟੇਟ ਜਿਹੜੀ ਹੈ ਉਹ ਨਹੀਂ ਦੇ ਸਕਦੀ, ਲੋਕ ਭਲਾਈ ਦੀ ਸਟੇਟ ਨਹੀਂ ਦੇ ਸਕਦੀ। ਉਸ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਅੱਗੇ ਚੱਲ ਕੇ ਉਸ ਸਟੇਟ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਪਵੇਗਾ। ਅੱਜ ਨਹੀਂ ਸਾਨੂੰ ਜਾਪ ਰਿਹਾ, ਲੇਕਿਨ ਭਵਿੱਖ ਦੇ ਵਿੱਚ ਪਵੇਗਾ। ਹਿੰਦੁਸਤਾਨ ਵਰਗੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਡੈਮੋਕ੍ਰੇਸੀ ਫੇਲ ਹੋਈ ਹੈ। ਅਜੇ ਚਲੋ ਬਾਹਰਲੇ ਮੁਲਕਾਂ ਦੇ ਵਿੱਚ ਕਿਉਂਕਿ ਸਾਰੇ ਬਹੁਤੇ ਗਿਣਤੀ ਜਿਹੜੀ ਹੈ ਲੋਕਾਂ ਦੀ ਉਹ ਪੜ੍ਹੇ ਲਿਖਿਆਂ ਦੀ ਹੈ, ਚਿੰਤਕਾਂ ਦੀ ਹੈ, ਚੰਗਾ ਸੋਚਣ ਵਾਲਿਆਂ ਦੀ ਹੈ, ਇਸ ਕਰਕੇ ਉੱਥੇ ਡੈਮੋਕ੍ਰੇਸੀ ਅਜੇ ਪ੍ਰਭਾਵਸ਼ਾਲੀ ਹੈਗੀ। ਲੇਕਿਨ ਭਾਰਤ ਵਰਗੇ ਮੁਲਕਾਂ 'ਚ, ਪਾਕਿਸਤਾਨ ਵਰਗੇ ਮੁਲਕਾਂ 'ਚ, ਬੰਗਲਾਦੇਸ਼ ਜਾਂ ਏਸ਼ੀਆ ਦੇ ਜਿਹੜੇ ਇਹ ਮੁਲਕ ਨੇ, ਇਹਨਾਂ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਦਾ ਜਿਹੜਾ ਲੈਵਲ ਹੈ ਉਹ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਠੀਕ ਨਹੀਂ, ਸਹੀ ਨਹੀਂ, ਸਕਸੈਸ ਨਹੀਂ ਦਿਸ ਰਿਹਾ। ਤਾਂ ਉਹਨਾਂ ਵੇਲਿਆਂ ਦੇ ਵਿੱਚ ਰਜਵਾੜਾ ਸ਼ਾਹੀ ਸੀ, ਰਾਜੇ ਸੀ। ਰਾਜਿਆਂ ਦਾ ਫਰਜ਼ ਹੁੰਦਾ ਹੈ ਪ੍ਰਜਾ ਦੀ ਪਾਲਣਾ ਕਰਨਾ। ਜਦੋਂ ਕੋਈ ਹਮਲਾਵਰ ਹਮਲਾ ਕਰੇ, ਪ੍ਰਜਾ ਨੂੰ ਸਿਕਿਉਰਿਟੀ ਦੇਣ। ਤਾਂ ਕੀ ਹੋਇਆ ਉਸ ਵੇਲੇ? ਰਾਜਿਆਂ ਨੇ ਆਪਣਾ ਧਰਮ ਨਹੀਂ ਸਹੀ ਢੰਗ ਨਾਲ ਨਿਭਾਇਆ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ, ਰਾਜੇ ਸ਼ੇਹ ਮੁਕੱਦਮ ਕੁੱਤੇ ਜਾਇ ਜਗ੍ਹਾ ਨ ਬੈਠੇ ਸੋ। ਤਾਂ ਰਾਜਿਆਂ ਦੇ ਡਿਕਟੇਟਰਸ਼ਿਪ ਹੋਣ ਕਾਰਨ ਲੋਕ ਜਿਹੜੇ ਆ ਬੜੇ ਦੁਖੀ ਸਨ। ਅਤਿਆਚਾਰ ਸਰਕਾਰ ਵੱਲੋਂ ਹੀ ਹੋ ਰਹੇ ਸਨ, ਜ਼ੁਲਮ ਸਰਕਾਰ ਵੱਲੋਂ ਹੀ ਹੋ ਰਹੇ ਸੀ। ਘੋੜੇ ਜਿਹੜੇ ਹੈ ਕਿਸਾਨਾਂ ਦੀਆਂ ਫਸਲਾਂ ਦੇ ਵਿੱਚੋਂ ਦੀ ਗੁਜ਼ਰ ਜਾਂਦੇ ਸੀ, ਫੌਜਾਂ ਦੇ। ਕੋਈ ਮੁਆਵਜ਼ਾ ਨਹੀਂ ਸੀ ਹੁੰਦਾ। ਜਿਹਦੀ ਫਸਲ ਬਰਬਾਦ ਹੋ ਗਈ। ਮਾਮਲਾ ਜਿਹੜਾ 30%, 35%, 40% ਤੱਕ, 50% ਤੱਕ ਵੀ ਮਾਮਲਾ ਜਿਹੜਾ ਕਈ
ਸਟੇਟਾਂ ਦੇ ਵਿੱਚ ਉਗਰਾਇਆ ਜਾਂਦਾ ਸੀ, ਜ਼ਿਮੀਂਦਾਰਾਂ ਪਾਸੋਂ, ਕਿਸਾਨਾਂ ਪਾਸੋਂ। ਬੜਾ ਕਮਜ਼ੋਰ ਕੀਤਾ ਸੀ ਰਾਜਨੀਤਿਕ ਸਿਸਟਮ ਨੇ ਮਨੁੱਖ ਨੂੰ। ਤਾਂ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਕਿ ਰਾਜੇ ਸੀ ਇਹ ਮੁਕੱਦਮ ਕੁੱਤੇ, ਜਾਇ ਜਗਾਏ ਬੈਠੇ ਸੁੱਤੇ। ਅੱਜ ਜਦੋਂ ਅਸੀਂ ਝਾਤ ਮਾਰਦੇ ਹਾਂ ਸਮਾਜ ਦੇ ਅੰਦਰ, ਅੱਜ ਵੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਬੋਲ ਉਸ ਵਕਤ ਬੋਲੇ ਗਏ, ਚਾਹੇ ਉਹ ਧਾਰਮਿਕ ਆਗੂਆਂ ਲਈ ਬੋਲੇ ਗਏ, ਰਾਜਿਆਂ ਲਈ ਬੋਲੇ ਗਏ, ਸਮਾਜ ਦੇ ਵਿੱਚ ਅੰਧ ਵਿਸ਼ਵਾਸ ਫੈਲਾਉਣ ਵਾਲਿਆਂ ਲਈ ਬੋਲੇ ਗਏ, ਮਲਕ ਭਾਗੋ ਵਰਗੇ ਪੂੰਜੀਪਤੀਆਂ ਸਰਮਾਇਆਦਾਰਾਂ ਲਈ ਬੋਲੇ ਗਏ, ਉਹ ਬੋਲ ਅੱਜ ਵੀ ਓਨੇ ਹੀ ਸਾਰਥਕ ਹੈ ਜਿੰਨੇ ਉਸ ਵੇਲੇ ਸੀ। ਉਹ ਬੋਲ ਖਤਮ ਨਹੀਂ ਹੋ ਗਏ। ਅੱਜ ਵੀ ਉਹ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਸੋਭਾਇਮਾਨ ਹੈ। ਅੱਜ ਵੀ ਗੁਰਬਾਣੀ ਜਿਹੜੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਉਹ ਮਨੁੱਖ ਨੂੰ, ਵਿਸ਼ਵ ਭਰ ਦੇ ਮਨੁੱਖ ਨੂੰ ਇੱਕ ਸਹੀ ਸੇਧ, ਸਹੀ ਸਮਝ, ਸਹੀ ਸੂਝ ਦੇਣ ਦੇ ਸਮਰੱਥ ਹੈ। ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਸਮਰੱਥ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ, ਭਾਵੇਂ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਸਰਕਾਰ ਨੇ ਜ਼ਿੰਮੇਵਾਰੀ ਚੱਕੀ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਸਿਹਤ ਦਿਆਂਗੇ, ਕਿ ਸਾਡੇ ਨਾਗਰਿਕਾਂ ਦੀ ਜਿਹੜੀ ਸਿਹਤ ਹੈ ਉਹ ਅੱਛੀ ਹੋਵੇ। ਦੂਸਰਾ, ਸਿੱਖਿਆ ਦੇਵਾਂਗੇ, ਸਾਡੇ ਨਾਗਰਿਕ ਜਿਹੜੇ ਹੈ ਉਹ ਐਜੂਕੇਟ ਹੋਣ। ਤੇ ਤੀਸਰਾ ਜਿਹੜਾ ਹੈ ਉਹ ਅਸੀਂ ਸੁਰੱਖਿਆ ਦੇਵਾਂਗੇ। ਮੈਂ ਬਾਕੀ ਦੁਨੀਆ ਦੀ ਗੱਲ ਨਾ ਕਰਾਂ, ਹਿੰਦੁਸਤਾਨ ਦੀ ਗੱਲ ਕਰੀਏ। ਹਿੰਦੁਸਤਾਨ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਸਿਹਤ ਦੇਣ ਪੱਖੋਂ ਵੀ ਨਾਕਾਮਯਾਬ, ਸਿੱਖਿਆ ਦੇਣ ਪੱਖੋਂ ਵੀ ਨਾਕਾਮਯਾਬ, ਤੇ ਸੁਰੱਖਿਆ ਦੇਣ ਪੱਖੋਂ ਵੀ ਨਾਕਾਮਯਾਬ। ਹੱਥ ਖੜੇ ਕਰ ਦਿੱਤੇ। ਸਿੱਖਿਆ ਵੀ ਕਾਰਪੋਰੇਟ ਜਗਤ ਦੇ ਹਵਾਲੇ ਕਰ ਦਿੱਤੀ ਕਿ ਸਾਡੇ ਤੋਂ ਸਿੱਖਿਆ ਨਹੀਂ ਦੇ ਹੁੰਦੀ, ਤੁਸੀਂ ਸਿੱਖਿਆ ਦਿਓ। ਉਹ ਸਿੱਖਿਆ ਫ੍ਰੀ ਨਹੀਂ ਵੇਚ ਰਹੇ, ਉਹ ਸਿੱਖਿਆ ਮਹਿੰਗੇ ਮੁੱਲ ਵੇਚ ਰਹੇ ਨੇ। ਸਿੱਖਿਆ ਦਾ ਵਪਾਰੀਕਰਨ ਹੋ ਗਿਆ। ਸਿਹਤ ਦੇਣੀ ਇਹ ਵੀ ਸਾਡੇ ਵੱਸ ਨਹੀਂ, ਇੱਥੇ ਵੀ ਸਰਕਾਰ ਨੇ ਹੱਥ ਖੜੇ ਕਰ ਲਏ। ਇਹ ਵੀ ਕਾਰਪੋਰੇਟ ਜਗਤ ਦੇਗਾ, ਵਪਾਰੀ ਦੇਣਗੇ। ਉਹਨਾਂ ਨੇ ਇਹ ਵੀ ਮੁੱਲ ਵੇਚਣੀ ਸ਼ੁਰੂ ਕਰ ਦਿੱਤੀ। ਤੇ ਤੀਸਰੀ ਰਹਿ ਗਈ ਸੁਰੱਖਿਆ। ਇਹ ਸੁਰੱਖਿਆ ਵੀ ਜਿਹੜੀ ਹੈ ਅੱਜ ਕੱਲ੍ਹ ਮੁੱਲ ਹੀ ਮਿਲ ਰਹੀ ਹੈ। ਚੋਰੀਆਂ ਹੋ ਰਹੀਆਂ, ਲੁੱਟਾਂ ਹੋ ਰਹੀਆਂ। ਜਿਹਦੇ ਕੋਲੇ ਪੈਸਾ ਹੈ ਉਹ ਇਨਸਾਫ ਲੈ ਲੈਂਦਾ, ਜਿਹਦੇ ਕੋਲੇ ਪੈਸਾ ਹੈ ਉਹ ਇਨਸਾਫ ਨਹੀਂ ਲੈ ਪਾਉਂਦਾ। ਅੱਜ ਇਸ ਕਿਸਮ ਦੇ ਹਾਲਾਤ ਜਿਹੜੇ ਨੇ ਉਹ ਮੁਲਕ ਦੇ ਅੰਦਰ, ਦੇਸ਼ ਦੇ ਅੰਦਰ ਬਣੇ ਹੋਏ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਉਹ ਬਣਨਗੇ। ਸਿੱਖ ਵਪਾਰੀ ਵੀ ਹੈ, ਸਿੱਖ ਕਿਸਾਨ ਵੀ ਹੈ, ਸਿੱਖ ਮਜ਼ਦੂਰ ਵੀ ਹੈ, ਸਿੱਖ ਦੁਕਾਨਦਾਰ ਵੀ। ਚਾਰ ਕਿੱਤੇ ਨੇ ਸੰਸਾਰ ਦੇ ਅੰਦਰ। ਗੁਰਬਾਣੀ ਦੇ ਵਿੱਚ ਵੀ ਇਹਨਾਂ ਚਾਰ ਕਿੱਤਿਆਂ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਜਦੋਂ ਕਹਿੰਦੇ ਨੇ ਮਨ ਵਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਉਸ ਸ਼ਬਦ ਦੇ ਵਿੱਚ ਚਾਰ ਕਿੱਤਿਆਂ ਦੀ ਗੱਲ ਕੀਤੀ। ਖੇਤੀਬਾੜੀ ਦੀ ਗੱਲ ਕੀਤੀ ਹੈ, ਐਗਰੀਕਲਚਰ ਦੀ ਗੱਲ ਕੀਤੀ ਹੈ। ਸਿੱਖ ਕਿਸਾਨ ਵੀ ਨੇ, ਬਹੁਤਾਤ ਗਿਣਤੀ ਚ ਨੇ। ਸਿੱਖ ਵਪਾਰੀ ਵੀ ਨੇ, ਸਿੱਖ ਦੁਕਾਨਦਾਰ ਵੀ ਨੇ, ਔਰ ਸਿੱਖ ਜਿਹੜੇ ਨੇ ਉਹ ਨੌਕਰੀ ਪੇਸ਼ਾ ਵੀ ਨੇ। ਗੁਰਬਾਣੀ ਜਿਹੜੀ ਹੈ ਇਹ ਨਹੀਂ ਹੈ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀ, ਉਹ ਵਪਾਰੀਆਂ ਦੇ ਹੱਕਾਂ ਦੀ ਵੀ ਗੱਲ ਕਰਦੀ, ਉਹ ਦੁਕਾਨਦਾਰਾਂ ਦੇ ਹੱਕਾਂ ਦੀ ਵੀ ਗੱਲ ਕਰਦੀ, ਔਰ ਨੌਕਰੀ ਪੇਸ਼ਾ ਦੇ ਹਿੱਤਾਂ ਦੀ ਵੀ ਗੱਲ ਕਰਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਇਹ ਫਲਸਫਾ ਹੈ, ਇਹ ਹਰ ਬੰਦੇ ਦੇ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਚਾਹੇ ਉਹ ਸਿੱਖ ਜਾਂ ਵਿਅਕਤੀ ਕਿਸਾਨ ਹੈ, ਚਾਹੇ ਉਹ ਸਿੱਖ ਜਾਂ ਵਿਅਕਤੀ ਜ਼ਿਮੀਂਦਾਰ ਹੈ, ਵਪਾਰੀ ਹੈ, ਨੌਕਰੀ ਪੇਸ਼ਾ ਹੈ ਜਾਂ ਦੁਕਾਨਦਾਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਸਫਾ ਜਿਹੜਾ ਹੈ ਬੜਾ ਮਹਾਨ ਹੈ। ਔਰ ਸਿੱਖ ਧਰਮ ਦਾ ਜਿਹੜਾ ਆਰਥਿਕ ਏਜੰਡਾ ਹੈ, ਸਮਾਜਿਕ ਏਜੰਡਾ ਹੈ, ਜਾਂ ਰਾਜਨੀਤਿਕ ਏਜੰਡਾ ਹੈ, ਧਾਰਮਿਕ ਏਜੰਡਾ, ਬੜਾ ਸਪਸ਼ਟ, ਬੜਾ ਸਰਲ, ਬੜਾ ਮੋਕਲਾ ਹੈ। ਔਰ ਬਦਕਿਸਮਤੀ ਇਹ ਹੈ ਕਿ ਅਸੀਂ ਗੁਰਬਾਣੀ ਦੇ ਅੰਦਰੋਂ ਇਹਨਾਂ ਸੰਕਲਪਾਂ ਨੂੰ ਸਮਝ ਹੀ ਨਹੀਂ ਸਕੇ, ਔਰ ਨਾ ਸਾਨੂੰ ਸਮਝਾਇਆ ਗਿਆ। ਅਸੀਂ ਆਪਣਾ ਜ਼ਰੂਰਤਾਂ ਦਾ ਪਸਾਰਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਰ ਲਿਆ, ਲੋੜਾਂ ਦਾ ਪਸਾਰਾ ਜਿਹੜਾ ਉਹ ਬਹੁਤ ਜ਼ਿਆਦਾ ਕਰ ਲਿਆ। ਔਰ ਲੋੜਾਂ ਦਾ ਪਸਾਰਾ ਜਿਹੜਾ ਜਿੰਨਾ ਮਰਜ਼ੀ ਪਸਾਰਦੇ ਜਾਈਏ, ਇਹ ਕਦੇ ਨਹੀਂ ਮੁੱਕਦਾ।
ਬਾਣੀ ਦੇ ਵਿੱਚ ਇੱਕ ਪੰਕਤੀ ਹੈ, ਮਹਾਰਾਜ ਕਹਿੰਦੇ ਨੇ ਕੋਟ ਜੋਰੇ ਲੱਖ ਕਰੋੜੇ ਪਰੈ ਪਰੈ ਹੈ ਕਉ ਲੁੱਜੀ ਹੈ, ਕਿ ਤੁਸੀਂ 1000 ਜੋੜ ਲਓ, 1000 ਤੋਂ ਫਿਰ ਤੁਹਾਡੇ ਅੰਦਰ 10,000 ਨੂੰ ਜੋੜਨ ਦੀ ਤਮੰਨਾ ਪੈਦਾ ਹੋਏਗੀ, 10,000 ਜੋੜ ਲਿਆ, ਫਿਰ ਲੱਖ ਨੂੰ ਜੋੜਨ ਦੀ ਤਮੰਨਾ, ਫਿਰ 10 ਲੱਖ ਨੂੰ ਜੋੜਨ ਦੀ ਤਮੰਨਾ, ਫਿਰ ਕਰੋੜ, ਫਿਰ 10 ਕਰੋੜ, ਫਿਰ ਅਰਬ ਖਰਬ। ਜਿੰਨੀ ਮਰਜ਼ੀ ਤੁਸੀਂ ਸੰਪਤੀ ਬਣਾ ਲਓ, ਜਿੰਨੀ ਮਰਜ਼ੀ ਤੁਸੀਂ ਪ੍ਰਾਪਰਟੀ ਬਣਾ ਲਓ, ਪਰ ਤੁਹਾਨੂੰ ਚੈਨ ਸੁੱਖ ਆਰਾਮ ਜਾਂ ਤੁਹਾਨੂੰ ਮਾਨਸਿਕ ਸੰਤੁਸ਼ਟੀ ਜਿਹੜੀ ਹੈ ਉਹ ਨਹੀਂ ਮਿਲੇਗੀ। ਕਿਉਂ? ਕਿਉਂਕਿ ਪੈਸਾ ਜਿਹੜਾ ਹੈ, ਦੌਲਤ ਜਿਹੜੀ ਹੈ, ਇਹ ਮਾਨਸਿਕ ਸੰਤੁਸ਼ਟੀ ਜਿਹੜੀ ਹੈ, ਇਹ ਇੰਟਰਨਲ ਸੈਟਿਸਫੈਕਸ਼ਨ ਜਿਹੜੀ ਹੈ ਉਹ ਨਹੀਂ ਦੇ ਸਕਦੀ। ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਜੀ ਉਹ ਸੁਖੀ ਹੈ, ਅਸੀਂ ਉਹ ਵੀ ਦੁਖੀ ਦੇਖਦੇ ਹਾਂ। ਰਾਸੀ ਤਾਕਤ ਬੇਸ਼ੁਮਾਰ ਕੋਈ ਹਾਸਲ ਕਰ ਲਵੇ, ਇਹਦੇ ਨਾਲ ਵੀ ਵਿਅਕਤੀ ਸੁਖੀ ਨਹੀਂ ਹੋ ਸਕਦਾ। ਰਾਸੀ ਪਾਵਰ ਜਿਹੜੀ ਹੈ, ਰਾਸੀ ਤਾਕਤ ਜਿਹੜੀ ਹੈ, ਇਹ ਵੀ ਜਿਹੜਾ ਸੈਟਿਸਫੈਕਸ਼ਨ ਜਿਹੜੀ ਹੈ ਉਹ ਨਹੀਂ ਦੇ ਸਕਦਾ। ਇਹ ਵੀ ਅਸੀਂ ਸਮਾਜ ਦੇਖਦੇ ਹਾਂ, ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਨੇ, ਜਿਨ੍ਹਾਂ ਕੋਲੇ ਪਾਵਰ ਹੈ, ਤਾਕਤ ਹੈ, ਉਹ ਵੀ ਕਲਪਦੇ ਆ, ਉਹ ਵੀ ਦੁਖੀ ਆ, ਆਮ ਬੰਦੇ ਨਾਲੋਂ ਜ਼ਿਆਦਾ ਦੁਖੀ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਰਾਸੀ ਤਾਕਤ ਹਾਸਲ ਕਰਨ ਵਾਲੇ ਪਾਸੇ ਵਧਣਾ ਨਹੀਂ ਚਾਹੀਦਾ, ਸਾਨੂੰ ਪੈਸੇ ਕਮਾਉਣ ਵਾਲੇ ਪਾਸੇ ਵਧਣਾ ਨਹੀਂ ਚਾਹੀਦਾ। ਮਹਾਰਾਜ ਨੇ ਇਹ ਨਹੀਂ ਕਿਹਾ ਸਾਨੂੰ ਕਿ ਤੁਸੀਂ ਰੁਕ ਜਾਓ। ਉਦਾਹਰਨਾਂ ਇਤਿਹਾਸ 'ਚ ਵੀ ਮਿਲਦੀਆਂ ਨੇ। ਜਦੋਂ ਭਾਈ ਮਨਸੁਖ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੇ ਕੋਲ ਆਏ, ਬੜੇ ਪ੍ਰਭਾਵਿਤ ਹੋਏ ਗੁਰੂ ਨਾਨਕ ਸਾਹਿਬ ਤੋਂ, ਤੇ ਕਹਿਣ ਲੱਗੇ ਮਹਾਰਾਜ ਮੇਰਾ ਇੱਕ ਬਚਨ ਹੈ, ਬੇਨਤੀ ਹੈ। ਕਹਿੰਦੇ ਦੱਸੋ। ਕਹਿੰਦੇ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲੋ, ਤੁਸੀਂ ਉਦਾਸੀਆਂ ਤੇ ਜਾ ਰਹੇ ਹੋ, ਮੈਨੂੰ ਆਪਣੇ ਨਾਲ ਲੈ ਚੱਲੋ, ਮੈਂ ਕਾਰੋਬਾਰ ਨਹੀਂ ਕਰਨਾ, ਮੈਂ ਵਪਾਰ ਨਹੀਂ ਕਰਨਾ, ਮੈਂ ਤੁਹਾਡੇ ਨਾਲ ਜਾਣਾ। ਤਾਂ ਉੱਥੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਠੀਕ ਹੈ ਤੂੰ ਵਪਾਰ ਛੱਡ ਦੇ, ਸਾਡੇ ਨਾਲ ਚੱਲ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਹੀਂ, ਤੂੰ ਵਪਾਰ ਕਰ, ਵਪਾਰ ਕਰਦਿਆਂ ਤੂੰ ਸਾਡੇ ਨਾਲ ਜੁੜਿਆ ਰਹਿ ਸਕਦਾ ਹੈ, ਔਰ ਇਨਸਾਨੀਅਤ ਲਈ, ਮਨੁੱਖਤਾ ਲਈ, ਮਾਨਵਤਾ ਲਈ ਵਧੇਰੇ ਕੁਝ ਕਰ ਸਕਦਾ ਹੈ। ਸਾਡੇ ਨਾਲ ਰਹਿਣ ਨਾਲੋਂ ਵਧੇਰੇ ਕੁਝ ਤੂੰ ਆਪਣਾ ਕਿੱਤਾ ਕਰਦਾ ਜਿਹੜਾ ਹੈ ਉਹ ਕਰ ਸਕਦਾ। ਮਹਾਰਾਜ ਕੀ ਕਰ ਸਕਦੇ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਧਰਮ ਦੀ ਕਿਰਤ ਕਰ, ਜਾਇਜ਼ ਮੁਨਾਫਾ ਹਾਸਲ ਕਰੋ, ਉਸ ਜਾਇਜ਼ ਮੁਨਾਫੇ ਦੇ ਵਿੱਚੋਂ ਅਤਿਥੀਆਂ ਲੋੜਵੰਦਾਂ ਦੀ ਸਹਾਇਤਾ ਕਰੋ, ਗਰਜ਼ ਪੂਰੀ ਕਰੋ ਬੇਗਰਜ਼ੀਆਂ ਦੀ, ਔਰ ਗੁਰਬਾਣੀ ਦਾ ਆਸਰਾ ਲਓ, ਗੁਰਬਾਣੀ ਨੂੰ ਪੜ੍ਹੋ, ਉਹਦੇ ਮੁਤਾਬਕ ਜ਼ਿੰਦਗੀ ਜਿਉਂ। ਅਸੀਂ ਤੁਹਾਡੇ ਅੰਗ ਸੰਗ ਹੋ। ਔਰ ਭਾਈ ਮਨਸੁਖ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਪੱਲੇ ਬੰਨਿਆ ਔਰ ਤੁਰ ਪਏ। ਤੇ ਫਿਰ ਉਹਨਾਂ ਦੀ ਜ਼ਿੰਦਗੀ ਜਿਉਣ ਦੇ ਢੰਗ ਨੂੰ ਦੇਖ ਕੇ, ਉਹਨਾਂ ਦੇ ਮੁਖੋਂ ਨਿਕਲੇ ਹੋਏ ਲਫ਼ਜ਼ਾਂ ਨੂੰ ਸੁਣ ਕੇ, ਸੰਗਲਾਦੀਪ ਦੇ ਰਾਜੇ ਸ਼ਿਵਨਾਭ ਵਰਗੇ ਵੀ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਗਏ ਸੀ। ਸੰਗਲਾਦੀਪ ਜਿਹਨੂੰ ਅੱਜ ਸ਼੍ਰੀਲੰਕਾ ਕਹਿੰਦੇ ਨੇ, ਉੱਥੋਂ ਦਾ ਰਾਜਾ ਸੀ ਰਾਜਾ ਸ਼ਿਵਨਾਭ। ਉਹ ਵੀ ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਬਣ ਗਿਆ ਸੀ। ਕਿਵੇਂ ਉਪਾਸ਼ਕ ਬਣਿਆ? ਮਨਸੁਖ ਦੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਦੇਖ ਕੇ, ਮਨਸੁਖ ਜੀ ਦੇ ਮੁਖੋਂ ਨਿਕਲੇ ਹੋਏ ਬੋਲਾਂ ਨੂੰ ਸੁਣ ਕੇ ਐਸਾ ਪ੍ਰਭਾਵ ਪਿਆ ਰਾਜੇ ਸ਼ਿਵਨਾਭ ਦੇ ਉੱਤੇ ਮਨਸੁਖ ਜੀ ਨੂੰ ਦੇਖ ਕੇ ਕਿ ਉਹ ਖੁਦ ਗੁਰੂ ਨਾਨਕ ਸਾਹਿਬ ਦਾ ਅਨੁਯਾਈ ਹੋ ਗਿਆ, ਸ਼ਰਧਾਲੂ ਹੋ ਗਿਆ। ਤਾਂ ਇਸ ਕਿਸਮ ਦੀ ਸਿੱਖਿਆ ਜਿਹੜੀ ਹੈ ਗੁਰਬਾਣੀ ਸਾਨੂੰ ਦਿੰਦੀ ਹੈ ਕਿ ਜੀਵਨ ਜਿਹੜਾ ਇਸ ਤਰ੍ਹਾਂ ਦਾ ਬਣ ਜੇ, ਖੁਸ਼ਬੂ ਨਾਲ ਭਰ ਜੇ ਕਿ ਤੁਹਾਡੇ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਦੇਖ ਕੇ ਜਿਹੜੇ ਹੈ ਉਹ ਤੁਹਾਡੀ ਫਲਸਫੇ ਵੱਲ, ਤੁਹਾਡੇ ਸਿਧਾਂਤਾਂ ਵੱਲ ਜਿਹੜੇ ਹੈ ਲੋਕ ਜਿਹੜੇ ਨੇ ਗੈਰ ਮਤਾਂ ਦੇ, ਉਹ ਖਿੱਚੇ ਤੁਰੇ ਹੋਣ। ਪਰ ਅਫਸੋਸ ਹੈ ਕਿ ਅੱਜ ਸਾਡਾ ਜਿਹੜਾ ਇਹ ਕਿਰਦਾਰ ਹੈ ਇਹ ਮਨਫੀ ਹੋ ਗਿਆ ਸਾਡੇ ਜੀਵਨ ਦੇ ਵਿੱਚ। ਲੜਾਈਆਂ ਝਗੜੇ, ਜਿਨ੍ਹਾਂ ਗੁਰਦੁਆਰਿਆਂ ਤੋਂ ਧਰਮ ਦਾ ਪ੍ਰਚਾਰ ਪ੍ਰਸਾਰ ਹੋਣਾ ਸੀ, ਉਹਨਾਂ ਗੁਰਦੁਆਰਿਆਂ ਦੇ ਵਿੱਚ ਹੀ ਲੜਾਈ ਝਗੜੇ, ਕਲੇਸ਼, ਧਰਨੇ ਮੁਜ਼ਾਹਰੇ ਆਦਿ ਸ਼ੁਰੂ ਹੋ ਗਏ। ਕੀ ਪ੍ਰਭਾਵ ਪਏਗਾ ਫਿਰ? ਜਿਹੜੀਆਂ ਸਟੇਜਾਂ ਤੋਂ ਗੁਰਮਤ ਦਾ ਪ੍ਰਚਾਰ ਹੋਣਾ ਸੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਹੋਣੀ ਸੀ, ਆਰਥਿਕ ਏਜੰਡਿਆਂ ਦੀ ਗੱਲ ਹੋਣੀ ਸੀ, ਸਿੱਖ ਸਰੋਕਾਰਾਂ ਦੀ ਗੱਲ ਹੋਣੀ ਸੀ, ਉਹਨਾਂ ਸਟੇਜਾਂ ਤੋਂ ਭੰਡੀ ਪ੍ਰਚਾਰ ਹੋ ਰਿਹਾ, ਉਹਦੀ ਨਿੰਦਿਆ ਕਰ ਲਓ, ਉਹਦੀ ਨਿੰਦਿਆ ਕਰ ਲਓ, ਉਹਦੀ ਨਿੰਦਿਆ ਕਰ ਲਓ। ਤੇ ਇਹਦੇ ਨਾਲ ਬਹੁਤ ਵੱਡਾ ਜਿਹੜਾ ਸਾਡਾ ਕੌਮੀ ਨੁਕਸਾਨ ਜਿਹੜਾ ਉਹ ਹੋ ਰਿਹਾ ਹੈ ਅੱਜ ਬਹੁਤ ਜ਼ਿਆਦਾ। ਗੁਰਬਾਣੀ ਸਾਨੂੰ ਇਹ ਨਹੀਂ ਸਿਖਾਉਂਦੀ ਹੈ। ਗੁਰਬਾਣੀ ਸਾਨੂੰ
ਤਾਂ ਕਹਿੰਦੀ ਹੈ ਕਿ ਮਿਲਵੇ ਕੀ ਮਹਿਮਾ ਵਰਣ ਨਾ ਸਕੋ। ਕਿ ਮਿਲਣ ਦੀ ਜਿਹੜੀ ਮਹਿਮਾ ਹੈ, ਮਿਲਵਰਤਨ ਦੀ ਜਿਹੜੀ ਮਹਿਮਾ ਹੈ, ਇਹ ਤਾਂ ਬਿਆਨ ਹੀ ਨਹੀਂ ਹੋ ਸਕਦੀ। ਇੰਨੀ ਮਹੱਤਤਾ ਹੈ ਮਿਲ ਕੇ ਬੈਠਣ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ ਦੇ ਬੋਲ ਵੀ ਅਸੀਂ ਪੜ੍ਹਦੇ ਹਾਂ। ਇੰਨੀ ਮਹਿਮਾ ਹੈ ਮਿਲਣ ਦੀ, ਇੰਨੀ ਮਹਿਮਾ ਹੈ ਆਪਸ ਵਿੱਚ ਜੁੜ ਬੈਠਣ ਦੀ, ਕਿ ਇਹ ਬਿਆਨ ਤੋਂ ਪਰੇ ਹੈ, ਲਫ਼ਜ਼ਾਂ ਤੋਂ ਪਰੇ ਹੈ, ਸ਼ਬਦਾਂ ਤੋਂ ਪਰੇ ਹੈ। ਪਰ ਅੱਜ ਅਸੀਂ ਮਿਲ ਕੇ ਬੈਠਣਾ ਬੰਦ ਕਰ ਦਿੱਤਾ। ਤੇ ਜਦੋਂ ਅਸੀਂ ਮਿਲ ਕੇ ਬੈਠਣਾ ਬੰਦ ਕਰ ਦਿੱਤਾ ਹੈ, ਨਾ ਸਾਡੀ ਦੇਗ ਦੇ ਵਿੱਚ ਫਤਿਹ ਰਹੀ ਹੈ, ਨਾ ਸਾਡੀ ਟੇਕ ਦੇ ਵਿੱਚ ਫਤਿਹ ਰਹੀ ਹੈ, ਕਿਤੇ ਵੀ ਫਤਿਹ ਨਹੀਂ ਰਹਿ ਗਈ। ਜਦੋਂ ਸਿੱਖ ਆਪਣੇ ਗੁਰੂ ਦੀ ਬਾਣੀ ਨੂੰ, ਗੁਰੂ ਦੇ ਵਿਸ਼ਵਾਸ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਆਪਣੇ ਨਾਲ ਲੈ ਕੇ ਤੁਰੇਗਾ ਔਰ ਆਪਣੇ ਨਾਲੋਂ ਮੂਹਰੇ ਰੱਖੇਗਾ, ਤਾਂ ਉਸ ਵਕਤ ਫਿਰ ਜਿਹੜਾ ਇਹ ਸਿੱਖਾਂ ਦਾ ਆਸ਼ੀਰਵਾਦ ਹੈ, ਦੇਗ ਤੇਗ ਫਤਿਹ, ਇਹ ਹਰ ਵਕਤ ਗੁਰੂ ਵੱਲੋਂ ਸਿੱਖ ਨੂੰ ਮਿਲਦਾ ਰਹੇਗਾ। ਕਿਉਂਕਿ ਇਹ ਆਸ਼ੀਰਵਾਦ ਜਿਹੜਾ ਨਾ, ਜਿਵੇਂ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਕਿ ਇਹ ਜਿਹੜਾ ਖਾਲਸੇ ਦਾ ਆਸ਼ੀਰਵਾਦ ਹੈ। ਆਸ਼ੀਰਵਾਦ ਕਿਹਦੇ ਵੱਲੋਂ ਹੈ? ਗੁਰੂ ਵੱਲੋਂ। ਤੇ ਆਸ਼ੀਰਵਾਦ ਜਿਹੜਾ ਹੈ ਉਹ ਕਦੋਂ ਮਿਲਦਾ ਹੈ? ਆਸ਼ੀਰਵਾਦ ਜਿਹੜਾ ਹੈ, ਅਸੀਸ ਜਿਹੜੀ ਹੈ, ਉਹ ਕਦੋਂ ਮਿਲਦੀ ਹੈ? ਜਦੋਂ ਸਿੱਖ ਜਿਹੜਾ ਹੈ ਆਪਣੇ ਗੁਰੂ ਦੇ ਅੱਗੇ ਨਤਮਸਤਕ ਹੁੰਦਾ, ਭਾਵਨਾ ਦੇ ਨਾਲ ਨਤਮਸਤਕ ਹੁੰਦਾ। ਅੱਜ ਵੀ ਮਿਲਦਾ ਕੀ ਆਸ਼ੀਰਵਾਦ ਮਿਲਦਾ ਕਿ ਜਾ ਸਿੱਖਾ, ਜਾ ਪੁਰਖਾ, ਤੂੰ ਗੁਰੂ ਤੇ ਭਰੋਸਾ ਰੱਖਿਆ, ਗੁਰੂ ਤੇ ਵਿਸ਼ਵਾਸ ਰੱਖਿਆ। ਅੱਜ ਤਾਂ ਸਾਡਾ ਗੁਰੂ ਤੇ ਵਿਸ਼ਵਾਸ ਨਹੀਂ ਨਾ ਹੈ। ਅੱਜ ਸਾਡਾ ਸਰਕਾਰਾਂ ਤੇ ਭਰੋਸਾ ਹੈ, ਲੀਡਰਾਂ ਤੇ ਭਰੋਸਾ ਹੈ, ਸਾਡਾ ਆਪਣੀ ਤਾਕਤ ਤੇ ਭਰੋਸਾ ਹੈ। ਕੋਈ ਬੰਦਾ ਕਹਿੰਦਾ ਹੈ ਮੇਰੇ ਮਗਰ 100, 200, 500, 1000, ਲੱਖ ਬੰਦਾ ਹੈ, 2 ਲੱਖ ਬੰਦਾ ਹੈ, 5 ਲੱਖ ਬੰਦਾ, ਮੈਂ ਕਿਸੇ ਨੂੰ ਕੀ ਸਮਝਦਾ? ਉਹਨੂੰ ਇਕੱਠ ਤੇ ਭਰੋਸਾ ਹੈ, ਗੈਦਰਿੰਗ ਤੇ ਭਰੋਸਾ ਹੈ। ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ ਸਰੀਰਧਾਰੀ, ਉਹਨੂੰ ਕਾਹਦਾ ਮਾਣ ਹੈ? ਉਹਨਾਂ ਨੂੰ ਆਪਣੇ ਨਾਲ ਜੁੜੇ ਹੋਏ ਇਕੱਠਾਂ ਦਾ ਮਾਣ ਹੈ, ਕਿਉਂਕਿ ਉਹਨਾਂ ਇਕੱਠਾਂ ਕਰਕੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਵੀ ਸਿਰ ਝੁਕਾਉਂਦੇ ਨੇ, ਇਸ ਕਰਕੇ ਉਹਨਾਂ ਨੂੰ ਮਾਣ ਹੈ। ਤਾਂ ਇਹ ਜਦੋਂ ਸਿੱਖ ਨਤਮਸਤਕ ਹੋ ਜਾਂਦਾ ਗੁਰੂ ਦੇ ਅੱਗੇ, ਕੇਵਲ ਗੁਰੂ ਤੇ ਭਰੋਸਾ ਰੱਖਦਾ, ਗੁਰੂ ਤੇ ਵਿਸ਼ਵਾਸ ਰੱਖਦਾ, ਤਾਂ ਉਸ ਵਕਤ ਫਿਰ ਗੁਰੂ ਪਾਸ ਹੀ ਇਹ ਆਸ਼ੀਰਵਾਦ ਦੇਣ ਦੀ ਤਾਕਤ ਤੇ ਕਲਾ। ਇਕੱਠ ਨਹੀਂ ਦੇ ਸਕਦਾ। ਜੇ ਲੱਖ ਬੰਦਾ, 2 ਲੱਖ ਬੰਦਾ ਵੀ ਨਾਲ ਜੁੜ ਗਿਆ ਨਾ, ਤੇ ਉਹ ਇਕੱਠ ਜਿਹੜੀ ਹੈ ਸਾਡੀ ਹਰ ਮੈਦਾਨ, ਹਰ ਦੀਵਾਨ ਫਤਿਹ ਨਹੀਂ ਕਰਵਾ ਸਕਦੇ। ਤਾਂ ਦੇਖਿਆ ਹੀ ਹੈ ਪੰਜਾਬ ਦੇ ਵਿੱਚ ਇੱਕ ਐਸਾ ਵਿਅਕਤੀ ਜਿਹਦੇ ਨਾਲ, ਜਿਹੜਾ ਉਹ ਦਾਅਵਾ ਕਰਦਾ ਸੀ ਕਿ ਮੇਰੇ ਨਾਲ 50 ਲੱਖ ਲੋਕ ਹੈ, ਮੇਰੇ ਨਾਲ 1 ਕਰੋੜ ਲੋਕ ਹੈ। ਵੱਡੇ ਵੱਡੇ ਪੋਲੀਟੀਸ਼ੀਅਨ ਜਿਹੜੇ ਆ ਉਹਦੇ ਪੈਰਾਂ ਤੇ ਝੁਕਦੇ ਸੀ, ਲੇਕਿਨ ਐਸੀ ਕਲਾ ਵਰਤੀ ਪਰਮੇਸ਼ਵਰ ਦੀ ਕਿ ਅੱਜ ਉਹ ਇਕੱਲਾ ਬੈਠਾ ਹੈ ਜੇਲ੍ਹ ਦੀਆਂ 4 ਦੀਵਾਰੀਆਂ ਦੇ ਵਿੱਚ। ਇਹ ਜਿਹੜੀ ਕਲਾ ਹੈ ਨਾ, ਇਹ ਜਿਹੜਾ ਆਸ਼ੀਰਵਾਦ ਹੈ ਕਿ ਦੇਗ ਵੀ ਫਤਿਹ, ਤੇਗ ਵੀ ਫਤਿਹ, ਇਹ ਗੁਰੂ ਪਾਸ ਹੈ। ਤੇ ਗੁਰੂ ਉਸੇ ਸਿੱਖ ਨੂੰ ਦਿੰਦਾ ਹੈ ਜਿਹੜਾ ਗੁਰੂ ਨੂੰ ਸਮਰਪਣ ਕਰਦਾ, ਆਪਣਾ ਆਪਾ ਸਮਰਪਣ ਕਰਦਾ, ਜਿਹੜਾ ਗੁਰੂ ਤੇ ਵਿਸ਼ਵਾਸ ਰੱਖਦਾ, ਗੁਰੂ ਤੇ ਭਰੋਸਾ ਰੱਖਦਾ। ਅਸੀਂ ਤਾਂ ਸਮਾਜ ਦੇ ਵਿੱਚ ਲੋਕਾਂ ਤੋਂ ਇੱਜ਼ਤ ਚਾਹੁਣ ਲੱਗ ਪਏ ਹਾਂ। ਲੋਕ ਕਦੇ ਕਿਸੇ ਨੂੰ ਇੱਜ਼ਤ ਥੋੜ੍ਹੀ ਦਿੰਦੇ ਆ। ਲੋਕ ਪਤੀਣਾ ਨਾ ਪਤ ਹੋਏ, ਭਗਤ ਕਬੀਰ ਜੀ ਕਹਿੰਦੇ। ਤੁਸੀਂ ਲੋਕਾਂ ਨੂੰ ਖੁਸ਼ ਕਰਕੇ ਇੱਜ਼ਤ ਕਮਾਉਣ ਦਾ ਯਤਨ ਕਰਦੇ ਹੋ, ਲੋਕ ਕਦੇ ਕਿਸੇ ਤੇ ਖੁਸ਼ ਨਹੀਂ ਹੁੰਦੇ, ਤੁਹਾਨੂੰ ਇੱਜ਼ਤ ਨਹੀਂ ਮਿਲ ਸਕਦੀ। ਗੁਰੂ ਦੀ ਖੁਸ਼ੀ ਹਾਸਲ ਕਰਨ ਦੇ ਲਈ ਯਤਨ ਕਰੇ। ਕਿ ਗੁਰੂ ਕਦੋਂ ਖੁਸ਼ ਹੁੰਦਾ? ਜਦੋਂ ਅਸੀਂ ਨਿਮਾਣਿਆਂ, ਨਤਾਣਿਆਂ, ਬੇਸਹਾਰਾ, ਲੋੜਵੰਦਾਂ ਦੀ ਸਹਾਇਤਾ ਲਈ ਉਤਰਦੇ ਹਾਂ, ਨਿਸ਼ਕਾਮ ਹੋ ਕੇ ਉਤਰਦੇ ਹਾਂ, ਗੁਰੂ ਖੁਸ਼ ਹੁੰਦਾ, ਪਰਮੇਸ਼ਵਰ ਖੁਸ਼ ਹੁੰਦਾ। ਕਿਉਂਕਿ ਅਕਾਲ ਪੁਰਖ ਕਿੱਥੇ ਵਸਦਾ ਹੈ? ਅਕਾਲ ਪੁਰਖ ਸਮੁੱਚੀ ਕਾਇਨਾਤ ਦੇ ਵਿੱਚ ਵਸਦਾ ਹੈ। ਤੇ ਮਨੁੱਖ ਜਿਹੜੇ ਨੇ, ਜਾਨਵਰ ਜਿਹੜੇ ਨੇ, ਪਸ਼ੂ ਪੰਛੀ ਜਿਹੜੇ ਨੇ, ਇਹ ਕਾਇਨਾਤ ਦਾ ਹਿੱਸਾ ਹੈ। ਜਦੋਂ ਅਸੀਂ ਇਹਨਾਂ ਦੀ ਗੱਲ ਕਰਾਂਗੇ, ਪਰਮੇਸ਼ਵਰ ਖੁਸ਼ ਹੋਏ। ਗੁਰੂ ਕਿੱਥੇ ਵਸਦਾ ਹੈ? ਗੁਰੂ ਸਿੱਖਾਂ 'ਚ ਵਸਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਪਾਣੀ 'ਚ ਆਉਂਦਾ ਬੱਚਨ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਤੇ ਜਦੋਂ ਅਸੀਂ ਗੁਰਸਿੱਖਾਂ ਦੀ ਮਦਦ ਕਰਾਂਗੇ, ਗੁਰਸਿੱਖਾਂ ਲੋੜਵੰਦਾਂ, ਗੁਰਸਿੱਖਾਂ ਦੀ ਸਹਾਇਤਾ ਕਰਾਂਗੇ, ਗੁਰਸਿੱਖਾਂ ਨੂੰ ਇੱਜ਼ਤ ਦੇਵਾਂਗੇ, ਗੁਰਸਿੱਖਾਂ ਨੂੰ ਮਾਣ ਦੇਵਾਂਗੇ, ਤੇ ਗੁਰੂ ਖੁਸ਼ ਹੁੰਦਾ। ਇੱਕ
ਪਿਓ ਦੇ ਸਾਹਮਣੇ ਜਦੋਂ ਉਹਦਾ ਇੱਕ ਪੁੱਤਰ ਦੂਸਰੇ ਪੁੱਤਰ ਨੂੰ ਬੇਅਦਬ ਬੋਲ ਕਹਿੰਦਾ ਹੈ, ਤੇ ਜ਼ਰੂਰੀ ਨਹੀਂ ਹੈ ਕਿ ਜਿਹਨੂੰ ਕਬੂਲ ਬੋਲੇ ਜਾ ਰਹੇ ਨੇ ਉਹੀ ਦੁਖੀ ਹੁੰਦਾ ਹੈ, ਪਿਓ ਵੀ ਦੁਖੀ ਹੁੰਦਾ ਹੈ, ਬਾਪੂ ਵੀ ਦੁਖੀ ਹੁੰਦਾ ਹੈ, ਜਿਹਦੇ ਸਾਹਮਣੇ ਇੱਕ ਪੁੱਤ ਦੂਸਰੇ ਪੁੱਤ ਨੂੰ ਗਾਲਾਂ ਕੱਢ ਰਿਹਾ, ਮੰਦਾ ਕਹਿ ਰਹੇ, ਬੇਈਮਾਨ ਕਹਿ ਰਹੇ। ਇਸ ਕਰਕੇ ਅੱਜ ਜਦੋਂ ਅਸੀਂ ਝਾਤ ਮਾਰਦੇ ਹਾਂ ਨਾ, ਕਿ ਅਸੀਂ ਗੁਰੂ ਦੇ ਆਸ਼ੀਰਵਾਦ ਤੋਂ ਬਿਰਬੇ ਹੋ ਗਏ, ਸੱਖਣੇ ਹੋ ਗਏ। ਜਿਹੜਾ ਇਹ ਸ਼ਬਦ ਹੈ ਦੇਗ ਤੇਗ ਫਤਿਹ 18ਵੀਂ ਸਦੀ ਦੇ ਵਿੱਚ ਬਹੁਤ ਵਰਤਿਆ ਜਾਂਦਾ ਸੀ ਸਾਡੇ ਸਿੱਖ ਜਗਤ ਦੇ ਅੰਦਰ, ਸਿੱਖ ਸਮਾਜ ਦੇ ਅੰਦਰ। ਉਸ ਵਕਤ ਭਾਵੇਂ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਖਾਣ ਵਾਸਤੇ ਛੋਲਿਆਂ ਦੀ ਮੁੱਠ ਮਿਲਦੇ ਸੀ, ਲੇਕਿਨ ਬਾ ਕਮਾਲ ਗੁਰੂ ਦੇ ਉੱਤੇ ਭਰੋਸਾ ਸੀ। ਇੰਨਾ ਭਰੋਸਾ ਸੀ, ਇੰਨਾ ਭਰੋਸਾ ਸੀ, ਇੰਨਾ ਵਿਸ਼ਵਾਸ ਸੀ, ਇੰਨਾ ਵਿਸ਼ਵਾਸ ਸੀ ਕਿ ਸਿੱਖ ਕਦੇ ਇਕੱਲਾ ਨਹੀਂ ਸੀ ਆਪਣੇ ਆਪ ਨੂੰ ਸਮਝਦਾ, ਨਾ ਹੀ ਚਿੰਤਾ ਗ੍ਰਸਤ ਹੁੰਦਾ ਸੀ। ਬੇਫਿਕਰ ਹੋ ਕੇ ਵੱਡੇ ਵੱਡੇ ਸਾਮਰਾਜਾਂ ਨਾਲ ਟਕਰਾਉਣ ਦੀ ਸ਼ਕਤੀ ਰੱਖਦਾ ਸੀ, ਉਹ ਟਕਰਾਇਆ। ਅੱਜ ਸਾਡਾ ਗੁਰੂ ਤੋਂ ਭਰੋਸਾ ਤਿਰਕ ਗਿਆ, ਸਾਡਾ ਆਪਣੇ ਆਪ ਦੇ ਉੱਤੇ ਭਰੋਸਾ ਜ਼ਿਆਦਾ ਹੋ ਗਿਆ ਸਾਨੂੰ। ਇਸ ਕਰਕੇ ਅਸੀਂ ਦੇਖ ਤੇ ਤੇਖ ਤੋਂ ਵਿਰਵੇ ਹੁੰਦੇ ਜਾ ਰਹੇ। ਕਿਸਾਨੀ ਬਰਬਾਦ ਹੋ ਰਹੀ ਹੈ ਸਾਡੀ, ਨੌਕਰੀਆਂ ਤੋਂ ਅਸੀਂ ਹੀੜੇ ਹੋ ਰਹੇ ਹਾਂ, ਵਪਾਰ ਸਾਡਾ ਅਸਤ ਵਿਅਸਤ ਹੋਇਆ ਪਿਆ, ਉਹ ਦੁਕਾਨਦਾਰੀਆਂ ਸਾਡੀਆਂ ਫਲਾਪ ਹੋਈਆਂ। ਭਾਵੇਂ ਕਿ ਸਾਰੇ ਮਨੁੱਖਾਂ ਨੂੰ ਇਹ ਸਮੱਸਿਆਵਾਂ ਨੇ, ਪਰ ਸਾਡੇ ਸਿੱਖ ਕਿਸਾਨ ਵੀ ਨੇ, ਸਾਡੇ ਸਿੱਖ ਵਪਾਰੀ ਵੀ ਨੇ, ਸਾਡੇ ਸਿੱਖ ਦੁਕਾਨਦਾਰ ਵੀ ਨੇ, ਸਾਡੇ ਸਿੱਖ ਨੌਕਰੀ ਪੇਸ਼ਾ ਵੀ ਨੇ। ਅਸੀਂ ਜੇ ਕੇਵਲ ਸਿੱਖਾਂ ਦੀ ਗੱਲ ਕਰੀਏ, ਜੇ ਵਪਾਰੀ ਸਿੱਖ ਨਾਲ ਗੱਲ ਕਰੋ, ਵਪਾਰ ਨਹੀਂ, ਉਹ ਨਹੀਂ ਰਹਿ ਗਿਆ। ਕਿਸੇ ਕਿਸਾਨ ਨਾਲ ਸਿੱਖ ਨਾਲ ਗੱਲ ਕਰੀਏ, ਉਹ ਵੀ ਕਹਿ ਰਿਹਾ ਕਿ ਖਤਮ ਹੋ ਰਿਹਾ ਸਭ ਕੁਛ। ਨੌਕਰੀ ਪੇਸ਼ਾ ਨਾਲ ਗੱਲ ਕਰੀਏ, ਉਹ ਵੀ ਸਮੱਸਿਆ ਨਾਲ ਜੂਝ ਰਿਹਾ। ਜੇ ਦੁਕਾਨਦਾਰ ਨਾਲ ਗੱਲ ਕਰੀਏ ਤੇ ਉਹ ਵੀ ਸਮੱਸਿਆਵਾਂ ਨਾਲ ਜੂਝ ਰਿਹਾ। ਅਸੀਂ ਸਗੋਂ ਗੁਰਬਾਣੀ ਦੇ ਫਲਸਫੇ ਦੀ ਰੌਸ਼ਨੀ ਦੇ ਵਿੱਚ ਅਸੀਂ ਸਾਰੇ ਜਗਤ ਨੂੰ ਸੇਧ ਦੇਣ, ਕਿਤੇ ਅਸੀਂ ਆਪ ਹੀ ਭੜਕਦੇ ਹਾਂ, ਆਪ ਹੀ ਜਿਹੜਾ ਉਹ ਨਗਾਰ ਵੱਲ ਵੱਧ ਸਵੇਰੇ ਜਾ ਰਹੇ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਅਸੀਂ ਮੁੜ ਅਕਾਲ ਪੁਰਖ ਪਰਮੇਸ਼ਵਰ ਤੇ ਭਰੋਸਾ ਰੱਖਦੇ, ਗੁਰੂ ਨੂੰ ਸਮਰਪਣ ਕਰੀਏ ਤੇ ਗੁਰੂ ਵੱਲੋਂ ਸਾਨੂੰ ਦੇਗ ਤੇਗ ਫਤਿਹ ਦੀ ਅਸੀਸ ਆਸ਼ੀਰਵਾਦ ਜਿਹੜਾ ਪ੍ਰਾਪਤ ਹੋਵੇ, ਤਾਂ ਕਿ ਸਾਡਾ ਲੋਕ ਦੇ ਵਿੱਚ ਵੀ ਭਲਾ ਤੇ ਸਾਡਾ ਪਰਲੋਕ ਦੇ ਵਿੱਚ ਵੀ ਭਲਾ ਹੋ ਸਕੇ। ਅਸੀਂ ਗੁਰਬਾਣੀ ਦੇ ਇਸ ਮਹਾਨ ਫਲਸਫੇ ਨੂੰ ਦੁਨੀਆ ਦੇ ਦ੍ਰਿਸ਼ਟੀ ਗੋਚਰੇ ਕਰ ਸਕੀਏ, ਐਸੀ ਸਮਰੱਥਾ ਅਕਾਲ ਪੁਰਖ ਸਾਨੂੰ ਬਖਸ਼ੇ। ਆਪ ਅਸੀਂ ਇਸ ਫਲਸਫੇ ਦੀ ਰੌਸ਼ਨੀ ਦੇ ਵਿੱਚ ਚੱਲੀਏ ਔਰ ਦੁਨੀਆ ਨੂੰ ਵੀ ਚੱਲਣ ਦੀ ਜਿਹੜੀ ਹੈ ਪ੍ਰੇਰਨਾ ਦੇਣ ਦੇ ਕਾਬਿਲ ਬਣੀਏ, ਐਸਾ ਗੁਰੂ ਸਾਡੇ ਕੋਲ ਬਖਸ਼ਿਸ਼ ਕਰੇ। ਅੰਤ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ, ਜਿਨ੍ਹਾਂ ਨੇ ਇਸ ਵੈਬੀਨਾਰ ਦਾ ਆਯੋਜਨ ਕੀਤਾ ਔਰ ਵਿਸ਼ਾ ਬੜਾ ਪਿਆਰਾ ਰੱਖਿਆ ਕਿ ਦੇਗ ਤੇਗ ਫਤਿਹ। ਸਾਡੇ ਖਾਲਸਾ ਰਾਜ ਦੇ ਸਿੱਕਿਆਂ ਦੇ ਉੱਤੇ ਇਹ ਸ਼ਬਦ ਉਕਰੇ ਹੁੰਦੇ ਸੀ, ਜਿਹੜੇ ਸਾਨੂੰ ਚੜ੍ਹਦੀ ਕਲਾ ਵੱਲ ਪ੍ਰੇਰਿਤ ਕਰਦੇ ਸੀ ਔਰ ਸਾਨੂੰ ਭਰੋਸਾ ਦਿੰਦੇ ਸੀ। ਦੇਗ ਤੇਗ ਜਗ ਮੈਂ ਦੋ ਚੱਲਾ, ਦੋਵੇਂ ਚੱਲਦੀਆਂ ਖਾਲਸੇ ਦੀਆਂ ਚੱਲਦੀਆਂ ਰਹਿਣਗੀਆਂ ਜਿੰਨਾ ਚਿਰ ਗੁਰੂ ਤੇ ਭਰੋਸਾ ਰਹੇਗਾ, ਗੁਰੂ ਤੇ ਵਿਸ਼ਵਾਸ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੇ ਪੜ੍ਹੇ ਲਿਖੇ, ਸੂਝਵਾਨ, ਸਹਿਜ 'ਚ ਰਹਿਣ ਵਾਲੇ, ਗੁਰਮਤਿ ਦਾ ਜੀਵਨ ਜਿਉਣ ਵਾਲੇ ਇੱਕ ਗੁਰਸਿੱਖ, ਜਿਨ੍ਹਾਂ ਦੀ ਪੰਥਕ ਤੇ ਸਖਸ਼ੀ ਟਹਿਣੀ ਗੁਰਮਤਿ ਅਨੁਸਾਰੀ ਹੈ, ਉਹਨਾਂ ਤੋਂ ਅਸੀਂ ਵਿਚਾਰ ਅੱਜ ਸੁਣੇ ਹੈ। ਔਰ ਬੜਾ ਨਿਵੇਕਲਾ ਸਾਡਾ ਜਿਹੜਾ ਅੱਜ ਦਾ ਜਿਹੜਾ ਵਿਸ਼ਾ ਸੀਗਾ, ਇਹ ਵਿਸ਼ਾ ਪਹਿਲਾਂ ਕਦੇ ਆਮ ਟੱਚ ਨਹੀਂ ਕੀਤਾ ਹੈਗਾ ਕਿਸੇ ਜਥੇਦਾਰ ਸਾਹਿਬ ਵੱਲੋਂ। ਅਸੀਂ ਆਪ ਜੀ ਦਾ ਔਰ ਜਿੰਨੇ ਵੀ ਵੀਰ ਭੈਣ ਦੇਸ਼ਾਂ ਤੋਂ, ਵਿਦੇਸ਼ਾਂ ਤੋਂ, ਪ੍ਰਦੇਸ਼ਾਂ ਤੋਂ ਜੁੜੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਚੇਚੇ ਤੌਰ 'ਤੇ ਆਪ ਜੀ ਅੱਗੇ ਇਹ ਬੇਨਤੀਆਂ ਵੀ ਹੈਗੀਆਂ ਸਾਡੀਆਂ ਕਿ ਭਵਿੱਖ ਵਿੱਚ ਵੀ ਅਸੀਂ, ਕਿਉਂਕਿ ਇਹ ਹਾਲਾ ਅਸੀਂ ਨਿਸ਼ਾਨਦੇਹੀ 'ਤੇ ਪਹੁੰਚੇ ਹਾਂ, ਅਸੀਂ ਇਹਦੇ ਲਈ ਜੋ ਅੱਗੇ ਕਾਰਜ ਕਰ ਸਕਦੇ ਹਾਂ ਅਸੀਂ, ਉਹਨਾਂ ਲਈ ਵੀ ਤੁਹਾਡੀ ਅਗਵਾਈ ਸਾਨੂੰ ਹਰ ਵੇਲੇ ਲੋੜ ਹੋਊਗੀ। ਜੀ ਉਹ ਵੀ ਕਿਰਪਾ ਕਰਕੇ ਤੁਸੀਂ ਉਹਦੇ 'ਚ ਸਾਡੇ ਨਾਲ ਜ਼ਰੂਰ ਜੀ, ਜ਼ਰੂਰ ਜੀ, ਬਿਲਕੁਲ ਜੀ, ਬਿਲਕੁਲ। ਤੇ ਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਡੀ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਤੁਹਾਨੂੰ ਵਾਹਿਗੁਰੂ ਭਲਾ ਕਰੇ ਜੀ। ਕਿਰਪਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ।